ਸਿੱਖ ਨਿਊਜ਼ ਐਕਸਪ੍ਰੈਸ ਦੇਖ ਰਹੇ ਸਾਰੇ ਦਰਸ਼ਕਾਂ ਦਾ ਨਿੱਘਾ ਸਵਾਗਤ ਹੈ। ਅੱਜ ਪ੍ਰੋਗਰਾਮ ਰਾਈਟ ਐਂਗਲ ਦੇ ਵਿੱਚ ਸਾਡੇ ਨਾਲ ਮੌਜੂਦ ਨੇ ਫਾਰਮਰ ਆਈਪੀਐਸ ਆਫੀਸਰ ਤੇ ਨੈਸ਼ਨਲ ਕਮਿਸ਼ਨ ਆਫ ਮਾਈਨੋਰਟੀਜ਼ ਦੇ ਚੇਅਰਮੈਨ ਸਰਦਾਰ ਇਕਬਾਲ ਸਿੰਘ ਲਾਲਪੁਰਾ। ਅਸੀਂ ਅੱਜ ਉਹਨਾਂ ਨਾਲ ਗੱਲਬਾਤ ਕਰਾਂਗੇ ਪੰਜਾਬ ਵਿੱਚ ਹੋ ਰਹੇ ਧਰਮਾਂਤਰਨ ਬਾਰੇ ਤੇ ਉਸ ਦੀ ਕੀ ਉਹਦੇ ਪੋਸੀਬਲ ਸੋਲੂਸ਼ਨ ਹੋ ਸਕਦੇ ਨੇ ਤੇ ਐਂਟੀ ਕਨਵਰਜਨ ਲਾਅ ਬਾਰੇ ਉਹਨਾਂ ਦੀ ਓਪੀਨੀਅਨ ਅਸੀਂ ਲਵਾਂਗੇ। सर वेलकम टू द शो सर। वाहिगुरू जी का खालसा वाहिगुरू जी की फतेह। गुरफतेह जी। सर इन वन ऑफ योर इंटरैक्शन विद द मीडिया तुसी कही सी कि ਜਿਹੜਾ ਪੰਜਾਬ ਦੇ ਵਿੱਚ ਜਿਹੜਾ ਕਨਵਰਜਨ ਹੋ ਰਿਹਾ ਦੈਟ ਇਜ਼ ਐਕਸਟਰਾ ਕਨਸਟੀਟਿਊਸ਼ਨਲ। ਕੈਨ ਯੂ ਪਲੀਜ਼ ਐਕਸਪਲੇਨ ਕਿ ਕਿਉਂਕਿ ਵਨ ਸਾਈਡ ਅਸੀਂ ਕਹਿੰਦੇ ਹਾਂ ਕਿ ਸਾਡੇ ਕੋਲ ਫਰੀडम ਆਫ ਰਿਲੀਜਨ ਐਂਡ ਪ੍ਰੈਕਟਿਸ ਹੈ, ਫੰਡਾਮੈਂਟਲ ਰਾਈਟ ਹੈ, ਦੂਜੀ ਸਾਈਡ ਯੂਜ਼ ਦ ਟਰਮ ਐਕਸਟਰਾ ਕਨਸਟੀਟਿਊਸ਼ਨਲ। ਇਫ ਯੂ ਕੈਨ ਇਲੈਬੋਰੇਟ। ਦੇਖੋ ਗੱਲ ਇਹ ਹੈ ਕਿ ਭਾਰਤ ਦਾ ਸੰਵਿਧਾਨ ਇਸ ਗੱਲ ਦੀ ਆਗਿਆ ਦਿੰਦਾ ਹੈ ਕਿ ਤੁਸੀਂ ਆਪਣੇ ਧਰਮ ਨੂੰ ਮੰਨ ਸਕਦੇ ਹੋ, ਧਰਮ ਬਾਰੇ ਪ੍ਰਚਾਰ ਵੀ ਕਰ ਸਕਦੇ ਹੋ, ਧਰਮ ਬਾਰੇ ਜਿਹੜੀਆਂ ਲੋਕਾਂ ਨਾਲ ਗੱਲਬਾਤ ਵੀ ਕਰ ਸਕਦੇ ਹੋ। ਯੂ ਹੈਵ ਦੀ ਰਾਈਟ ਟੂ ਸਪੀਕ, ਰਾਈਟ ਟੂ ਰਿਲੀਜਨ। ਹਾਂਜੀ, ਤੇ ਕੋਈ ਇਹਦੇ 'ਤੇ ਨਹੀਂ ਹੈਗਾ। ਲੇਕਿਨ ਤੁਹਾਡਾ ਧਰਮ ਦੇ ਵਿੱਚ ਮੰਨਦਿਆਂ ਹੋਇਆਂ ਦੂਜੇ ਦੇ ਧਰਮ ਦੀ ਉੱਤੇ ਨਾ ਹਮਲਾ ਹੋਵੇ, ਇਹ ਬੜਾ ਜ਼ਰੂਰੀ ਹੈ। ਦੂਜੀ ਗੱਲ ਹੈ ਕਿ ਇਹ ਕਈ ਸਾਲਾਂ ਤੋਂ ਇੱਕ ਐਲੀਗੇਸ਼ਨ ਲੱਗ ਰਿਹਾ ਹੈ ਕਿ ਜਿਹੜਾ ਸਿੱਖਾਂ ਨੂੰ ਪੰਜਾਬ ਦੇ ਵਿੱਚ ਜ਼ਿਆਦਾ ਤਾਂ ਉਹੀ ਲੋਕ ਨੇ, ਉਹਨਾਂ ਨੂੰ ਕਨਵਰਟ ਕੀਤਾ ਜਾ ਰਿਹਾ ਕ੍ਰਿਸਚੈਨਿਟੀ 'ਚ ਬਾਈ ਡਿਸੀਟਫੁਲ ਮੈਨਰ। ਅਸੀਂ ਕੈਥੋਲਿਕ ਚਰਚ ਦੇ ਨੁਮਾਇੰਦਿਆਂ ਨਾਲ ਵੀ ਗੱਲ ਕੀਤੀ ਹੈ, ਅਸੀਂ ਪ੍ਰੋਟੈਸਟੈਂਟਸ ਨਾਲ ਵੀ ਗੱਲ ਕੀਤੀ ਹੈ, ਅਸੀਂ ਦੂਜੇ ਨਾਲ ਵੀ ਗੱਲ ਕੀਤੀ ਹੈ। ਬਹੁਤ ਸਾਰੇ ਫਿਰਕੇ ਨੇ, ਉਹ ਕਹਿਣ ਲੱਗੇ ਜੀ ਇਹ ਸਾਡਾ ਕੰਮ ਨਹੀਂ ਹੈਗਾ, ਇਹ ਕੋਈ ਹੋਰ ਆਰਗੇਨਾਈਜੇਸ਼ਨ ਹੈ, ਇਹ ਡੇਰੇ ਹੈ ਜਿਹੜੇ ਇਹੋ ਜਿਹਾ ਕੰਮ ਕਰ ਰਹੇ ਆ। ਅਤੇ ਉਹਨਾਂ ਨੂੰ ਦੂਜੀ ਗੱਲ ਹੈ, ਭਾਰਤ ਦੇ ਆਦਰਨੀय ਸੁਪਰੀਮ ਕੋਰਟ ਨੇ ਇਹ ਫੈਸਲਾ ਕੀਤਾ ਕਿ ਜਿਹੜੇ ਲੋਕ ਨੇ ਸਾਡੇ ਉੱਥੇ ਕਿਸੇ ਨੂੰ ਵੀ ਡਿਸੀਟਫੁਲ ਮੈਨਰ, ਧੋਖੇ ਨਾਲ ਨਹੀਂ ਕੀਤਾ ਜਾ ਸਕਦਾ, ਅਲਿਓਰਮੈਂਟ ਨਾਲ ਨਹੀਂ ਕੀਤਾ ਜਾ ਸਕਦਾ ਧਰਮ ਪਰਿਵਰਤਨ, ਕਿ ਤੁਹਾਡੇ ਬੱਚੇ ਨੂੰ ਐਡਮਿਸ਼ਨ ਹੋ ਜਾਏਗੀ, ਤੁਹਾਡੀ ਬਿਮਾਰੀ ਠੀਕ ਹੋ ਜਾਏਗੀ। ਅਸੀਂ ਪੰਜਾਬ ਦੇ ਬਾਰੇ 1.5 ਸਾਲ ਤੋਂ ਲਗਾਤਾਰ ਸਰਕਾਰ ਤੋਂ ਰਿਪੋਰਟ ਮੰਗ ਰਹੇ ਹਾਂ ਕਿ ਕਿੰਨੇ ਨਵੇਂ ਚਰਚ ਬਣੇ, ਕਿੰਨੇ ਲੋਕ ਕਨਵਰਟ ਹੋਏ, ਇਹਦੀ ਸਾਨੂੰ ਪੂਰੀ ਸੂਚੀ ਦਿੱਤੀ ਜਾਵੇ ਔਰ ਇਹਨੂੰ ਰੋਕਿਆ ਜਾਵੇ। ਮੈਂ ਤਾਂ ਅੱਜ ਵੀ ਇਹ ਗੱਲ ਕਰ ਰਿਹਾ ਸੀਗਾ ਕਿ ਜਿਹੜੇ ਆਪਣੇ ਆਪ ਹੀ ਬਣੇ ਆ ਨਾ ਵਿਜੀਲੈਂਟੇ, ਜਿਹਨੂੰ ਅਸੀਂ ਕਹਿੰਦੇ ਹਾਂ, ਜਿਹੜਾ ਮੋਰਲ ਪੁਲਿਸਿੰਗ ਜਿਹੜੀ ਹੋ ਰਹੀ ਹੈ, ਇਹ ਬੰਦ ਹੋਣੀ ਚਾਹੀਦੀ ਹੈ। ਕਿਉਂਕਿ ਆਪਣੇ ਆਪ ਨਹੀਂ ਤੁਸੀਂ ਕਰ ਸਕਦੇ। ਸਰਕਾਰ ਨੂੰ ਆਪਣਾ ਰੋਲ ਪਲੇ ਕਰਨਾ ਚਾਹੀਦਾ, ਜਿੱਥੇ ਗਲਤੀ ਹੋਈ ਹੈ ਉਹਦੇ 'ਤੇ ਐਕਸ਼ਨ ਹੋਣਾ ਚਾਹੀਦਾ। ਸੋ ਮੇਰੀ ਆਪਣੀ ਇਹ ਰਾਏ ਹੈ ਕਿ ਲੇਕਿਨ ਬਦਕਿਸਮਤੀ ਨਾਲ ਪੰਜਾਬ ਦੀ ਸਰਕਾਰ ਨੇ ਸਾਨੂੰ ਰਿਪੋਰਟ ਨਹੀਂ ਕੀਤੀ ਔਰ ਇਹ ਫਿਰ 3 ਵਾਰੀ ਤਾਂ ਸਾਡੇ ਕੋਲ ਜਿਹੜੇ ਸੈਕਟਰੀ ਹੈ ਉਹਨਾਂ ਨੂੰ ਅਸੀਂ ਇੱਥੇ ਕੋਰਟ ਦੇ ਵਿੱਚ ਸੱਦ ਚੁੱਕੇ ਹਾਂ, ਕਮਿਸ਼ਨ ਦੇ ਵਿੱਚ। ਉਹਨਾਂ ਨੇ ਇਹੀ ਕਿਹਾ ਕਿ ਲਾਸਟ ਟਾਈਮ ਆਏ ਸੀ ਕਿ ਫਾਈਲ ਜਿਹੜੀ ਹੈ ਉਹ ਮੁੱਖ ਮੰਤਰੀ ਸਾਹਿਬ ਕੋਲ ਹੈ, ਉੱਥੋਂ ਕਲੀਅਰ ਹੋ ਕੇ ਆ ਜਾਏਗੀ ਅਤੇ ਅਸੀਂ ਇਹਨੂੰ ਤੁਹਾਡੇ ਰਿਕਾਰਡ ਪੇਸ਼ ਕਰ ਦਿਓ। ਸੋ ਕੱਲ੍ਹ ਮੇਰੇ ਕੋਲ, ਮੈਂ ਚੰਡੀਗੜ੍ਹ ਸੀ, ਬੜੀ ਹੈਰਾਨੀ ਦੀ ਗੱਲ ਹੈ, ਕੁਛ ਮੇਰੇ ਕੋਲ ਲੋਕ ਪੇਸ਼ ਹੋਏ ਕ੍ਰਿਸਚੀਅਨ, ਉਹ ਕਹਿਣ ਲੱਗੇ ਜੀ ਜਦੋਂ ਜਨਗਣਨਾ ਹੁੰਦੀ ਹੈ ਨਾ, ਅਸੀਂ ਆਪਣਾ ਧਰਮ ਕ੍ਰਿਸਚੈਨਿਟੀ ਲਿਖਾਉਣਾ ਚਾਹੁੰਦੇ ਹਾਂ ਅਤੇ ਸਾਡਾ ਧਰਮ ਜਿਹੜਾ ਹੋਰ ਲਿਖਿਆ ਜਾਂਦਾ ਹੈ, ਇਹਦੇ 'ਤੇ ਸਰਕਾਰ ਨੂੰ ਕਾਰਵਾਈ ਕਰਨੀ ਚਾਹੀਦੀ। ਮੈਂ ਕਿਹਾ ਧਰਮ ਦੇ ਵਿੱਚ ਇਹ ਹੁਣ ਜੇ ਇਹਦਾ ਮਤਲਬ ਹੈ ਜਿੰਨੇ ਲੋਕ ਸਾਡੇ ਆਂਕੜਿਆਂ ਦੇ ਵਿੱਚ ਹੈ, ਕ੍ਰਿਸਚੀਅਨਸ ਦੇ ਮੁਤਾਬਕ ਉਹ ਤੋਂ ਜ਼ਿਆਦਾ ਲੋਕ ਕ੍ਰਿਸਚੈਨਿਟੀ ਨੂੰ ਮੰਨਦੇ ਆ। ਸੋ ਕੁਛ ਐਸੀਆਂ ਚੀਜ਼ਾਂ ਨੇ ਜਿਵੇਂ ਸਿੱਖ ਸਰੂਪ ਦੇ ਵਿੱਚ ਹੋ ਕੇ ਸਾਡੇ ਤਾਂ ਸਾਬਤ ਸੂਰਤ ਦਸਤਾਰ ਸਿਰਾ ਦੀ ਗੱਲ ਹੈ। ਸਾਬਤ ਸੂਰਤ ਦਸਤਾਰ ਸਿਰਾ ਨਾਲ ਜੇ ਤੁਸੀਂ ਕ੍ਰਿਸਚੈਨਿਟੀ ਦਾ ਪ੍ਰਚਾਰ ਕਰੋਗੇ ਤਾਂ ਲੋਕਾਂ 'ਚ ਵਿਵਾਦ ਪੈਦਾ ਹੋਏਗਾ। ਜੋ ਇਸ ਪ੍ਰਭੂ ਈਸਾ ਮਸੀਹ ਦਾ ਸੁਨੇਹਾ ਸੰਨ 30 ਦੇ ਵਿੱਚ ਹੀ ਆ ਗਿਆ ਸੀ, ਇੱਥੇ ਈਸਵੀ ਦੇ ਵਿੱਚ ਲੰਬਾ ਸਮਾਂ ਹੋ ਗਿਆ। ਹਾਂਜੀ, ਕੋਈ ਕਦੇ ਟਕਰਾਵ ਨਹੀਂ ਹੋਇਆ। ਲੇਕਿਨ ਬਦਕਿਸਮਤੀ ਹੈ ਪੰਜਾਬ ਦੀ, ਜਦੋਂ ਅੰਗਰੇਜ਼ ਆਇਆ
ਉਹਨੇ ਮਹਾਰਾਜਾ ਦਲੀਪ ਸਿੰਘ ਨੂੰ ਹੀ ਕਨਵਰਟ ਕਰਤਾ। ਉਸ ਤੋਂ ਬਾਅਦ ਸਰਦਾਰ ਹਰਨਾਮ ਸਿੰਘ ਆਹਲੂਵਾਲੀਆ ਕਨਵਰਟ ਹੋ ਗਿਆ। ਜਿਹੜਾ ਉਹ ਇਹ ਜਿਹੜੀ ਸਥਿਤੀ ਹੈ ਇਸ ਕਰਕੇ ਸ਼ੰਕਾ ਪੈਦਾ ਕਰਦੀ ਹੈ। ਠੀਕ ਹੈ ਸਰ, ਵਾਟ ਆਰ ਯੂਰ ਫਾਈਂਡਿੰਗਸ ਔਨ ਕਨਵਰਜਨ ਹੈ ਜਿਹੜਾ ਹੋ ਰਿਹਾ ਹੈ, ਇਹ ਕਿਸ ਸਕੇਲ ਤੇ ਹੋ ਰਿਹਾ ਤੇ ਪੰਜਾਬ ਵਿੱਚ ਕਿਸ ਬੈਲਟ ਵਿੱਚ ਹੋ ਰਿਹਾ ਜ਼ਿਆਦਾਤਰ, ਤੇ ਕਿਹੜੇ ਕਮਿਊਨਿਟੀ ਦੇ ਲੋਕ ਨੇ ਜ਼ਿਆਦਾਤਰ ਉਹ ਜਿਹੜੇ ਟਾਰਗੇਟ ਹੋ ਰਹੇ ਨੇ? ਦੇਖੋ, ਕਮਿਊਨਿਟੀ ਖਾਸ ਨਹੀਂ ਹੋ ਰਹੀ। ਹਾਂਜੀ, ਮੈਨੂੰ ਕਿਸੇ ਬੰਦੇ ਨੇ ਦੱਸਿਆ ਕਿ ਜਿਹੜੇ ਬੰਦੇ ਕਨਵਰਸ਼ਨ 'ਚ ਨੇ, ਹਾਂਜੀ, ਉਹਨਾਂ ਦੇ ਵਿੱਚੋਂ ਜਿਹੜੇ 65 ਪਾਸਟ ਦਾ ਜ਼ਿਮੀਂਦਾਰ ਹੈ, ਅਪਰ ਕਾਸਟ ਹੈਗੇ ਆ। ਕੁਛ ਬੰਦੇ ਤਾਂ ਪੁਰਾਣੇ ਜਿਹੜੇ ਖਾੜਕੂ ਰਹੇ ਆ ਉਹ ਵੀ ਹੈਗੇ ਆ। ਉਹ ਜਿਹੜਾ ਕੋਈ ਅਮਰੀਕਾ ਚਲਾ ਗਿਆ, ਉੱਥੇ ਪਾਸਟਰ ਬਣ ਗਿਆ, ਉਹਦਾ ਭਰਾ ਹੁਣ ਗੁਰਦਾਸਪੁਰ ਜ਼ਿਲ੍ਹੇ 'ਚ ਪਾਸਟਰ ਦਾ ਕੰਮ ਕਰਦਾ ਹੈ। ਹਾਂਜੀ, ਹਾਂਜੀ। ਸੋ ਇਹ ਚੀਜ਼ਾਂ ਜਿਹੜੀਆਂ ਨਾ, ਇਹ ਦੇਖੋ ਅਸੀਂ ਸਮਝਦੇ ਹਾਂ, ਮੈਂ ਪ੍ਰਭੂ ਈਸਾ ਮਸੀਹ ਦਾ ਸਤਿਕਾਰ ਕਰਦਾ। ਮੇਰੀ ਜ਼ਿੰਮੇਵਾਰੀ ਹੈ ਕਿ ਮੈਂ 6 ਦੀਆਂ 6 ਮਾਈਨੋਰਟੀਜ਼ ਦਾ ਆਦਮੀ ਹਾਂ। ਮੇਰਾ ਕੋਈ ਧਰਮ ਨਹੀਂ ਹੈਗਾ, ਕਿਉਂਕਿ ਜਦੋਂ ਤੱਕ ਮੈਂ ਸੰਵਿਧਾਨਿਕ ਪਦ 'ਤੇ ਬੈਠਾ, ਮੈਂ ਮੁਸਲਮਾਨ ਵੀ ਹਾਂ, ਮੈਂ ਈਸਾਈ ਵੀ ਹਾਂ, ਮੈਂ ਸਿੱਖ ਵੀ ਹਾਂ, ਮੈਂ ਜੈਨ ਵੀ ਹੈ, ਮੈਂ ਬੋਧੀ ਵੀ ਹੈ, ਅਤੇ ਮੈਂ ਮੰਨਦਾ ਭਾਵੇਂ ਕਿਸੇ ਕੰਮ ਨੂੰ ਜੋਰਸਟੀਨੀਅਨ ਵੀ ਹੈ। ਮੇਰੇ ਲਈ ਸਾਰਾ ਮੇਰਾ ਪਰਿਵਾਰ ਹੈ। ਜੀ ਜੀ। ਅਤੇ ਮੇਰੇ ਪਰਿਵਾਰ ਦੇ ਵਿੱਚ ਗੁਰੂ ਸਾਹਿਬ ਦਾ ਹੁਕਮ ਹੈ ਜਿਨ੍ਹਾਂ ਦੇ ਉੱਤੇ ਮੇਰੀ ਆਪਣੀ ਸ਼ਰਧਾ ਹੈ, ਸੁਖੀ ਵਸੈ ਮੋਰੋ ਪਰਿਵਾਰਾ, ਸੇਵਕ ਸਿੱਖ ਸਭਾ ਕਰਤਾਰਾ। ਇਸੇ ਚੀਜ਼ ਦੀ ਲਈ ਕੰਮ ਕਰੀਦਾ ਅਤੇ ਆਪਣੇ ਪਰਿਵਾਰ ਦੇ ਵਿੱਚ ਹੀ ਟਕਰਾਵ ਨਾ ਹੋਵੇ। ਇਹ ਮੈਂ ਹਮੇਸ਼ਾ ਕਹਿੰਦਾ ਕਿ ਇਹ ਨਹੀਂ ਹੋਣਾ ਚਾਹੀਦਾ। ਜਿਹੜਾ ਕੋਈ, ਦੇਖੋ ਕੁਛ ਚੀਜ਼ਾਂ ਸੱਚੀਆਂ ਨੇ, ਜੇ ਬੰਦਾ ਸਿਰਫ ਪ੍ਰੇਅਰ ਨਾਲ ਹੀ ਠੀਕ ਹੋ ਜੇ, ਠੀਕ ਹੈ ਕਿ ਨਹੀਂ, ਅਤੇ ਫਿਰ ਜਿਹੜੀ ਹੈ ਜੋ ਵੀ ਉਹ ਕਰਦੇ ਕਿ ਹੱਥ ਫੇਰਿਆ ਜਾਂ ਐਵੇਂ ਜੋ ਲੋਕ ਦੱਸਦੇ ਆ, ਮੈਨੂੰ ਨਹੀਂ ਪਤਾ, ਕਿਉਂਕਿ ਇਨਵੈਸਟੀਗੇਸ਼ਨ ਰਿਪੋਰਟ ਆਏਗੀ ਤੇ ਪਤਾ ਲੱਗੇਗਾ ਕਿ ਬੱਸ ਖਰਾਬ ਹੋ ਗਈ ਅਤੇ ਉਹ ਕਿਸੇ ਗੁਰੂ ਦੇ ਨਾਂ 'ਤੇ ਹੋਇਆ, ਧੱਕਾ ਲੱਗਾ, ਨਹੀਂ ਹੋਈ, ਫਲਾਣੇ ਦੇ ਨਾਂ 'ਤੇ ਲੱਗਾ, ਫਿਰ ਕਿਸੇ ਤਰ੍ਹਾਂ ਚੱਲ ਪਈ। ਸੋ ਇਹ ਚੀਜ਼ਾਂ ਜਿਹੜੀਆਂ ਨਾ, ਦਿਸ ਇਜ਼ ਡਿਸੀਟਫੁਲ ਮੈਟਰ। ਜੇ ਹੁਣ ਆ ਗਿਆ, ਮੈਂ ਇੱਥੇ ਮੇਰੇ ਕੋਲ ਆਏ ਸੀ, ਮੈਂ ਕਿਹਾ ਵੀ ਦੇਖੋ ਮੈਂ ਸਭ ਤੋਂ ਪਹਿਲਾਂ ਕ੍ਰਿਸਚੀਅਨ ਬਣਾਂਗਾ, ਮੈਂ ਡਾਇਬਟਿਕ ਪੇਸ਼ੈਂਟ ਹੈ, ਜੇ ਤੁਸੀਂ ਮੇਰੀ ਇੱਕ ਪ੍ਰੇਅਰ ਕਰਕੇ ਡਾਇਬਟੀਜ਼ ਹੀ ਠੀਕ ਕਰ ਦਿਓ। ਹਾਂਜੀ, ਜ਼ਰੂਰ ਐਵੇਂ ਭੱਜੇ ਫਿਰਨਾ, ਫਿਰ ਕੀ ਹੈ। ਸੋ ਲੇਕਿਨ ਇਹ ਜਿਹੜਾ ਹਮੇਸ਼ਾ ਹੀ ਸਾਡੇ ਜਿਹੜੇ ਗੁਰੂ ਸਾਹਿਬਾਨ ਹੈ, ਉਹ ਕਰਾਮਾਤਾਂ ਦੇ ਕਦੇ ਪੱਖ 'ਚ ਨਹੀਂ ਰਹੇ। ਸਾਡੀ ਤਾਂ ਹਾਲਤ ਇਹ ਰਹੀ ਹੈ ਕਿ ਬਾਬਾ ਅਟਲ ਰਾਏ ਨੇ ਕਰਾਮਾਤ ਵਿਖਾਈ ਸੀ ਅਤੇ ਗੁਰੂ ਪਾਤਸ਼ਾਹ ਨੇ ਕਿਹਾ ਸੀ ਰੱਬ ਦਾ ਸ਼ਰੀਕ ਪੈਦਾ ਨਹੀਂ ਹੋ ਸਕਦਾ, ਅਤੇ ਉਹਨਾਂ ਨੇ ਆਪਣਾ ਸਰੀਰ ਛੱਡਣਾ ਪਿਆ ਮੋਹਨ ਨੂੰ ਜਿੰਦੇ ਕਰਦਿਆਂ, ਅਤੇ ਅੱਜ ਤੱਕ ਉਹਨਾਂ ਦਾ ਗੁਰਦੁਆਰਾ ਬਾਬਾ ਅਟਲ ਬਣਿਆ ਹੋਇਆ। ਫਿਰ ਉਹਨਾਂ ਦੇ ਵੱਡੇ ਭਰਾ ਬਾਬਾ ਗੁਰਦਿੱਤਾ ਜੀ ਨੇ ਮਰੀ ਹੋਈ ਗਾਂ ਜਿੰਦੀ ਕਰ ਦਿੱਤੀ ਸੀ। 6ਵੀਂ ਪਾਤਸ਼ਾਹੀ ਨੇ ਉਹੀ ਆਦੇਸ਼, ਜਦੋਂ ਕਿ ਇਹ ਪਤਾ ਹੀ ਸੀ ਸਾਰਿਆਂ ਨੂੰ ਕਿ ਬਾਬਾ ਗੁਰਦਿੱਤਾ ਜੀ ਆਉਣ ਵਾਲੇ 7ਵੇਂ ਗੁਰੂ ਹੋਣਗੇ, ਲੇਕਿਨ ਉਹਨਾਂ ਨੂੰ ਵੀ ਸਰੀਰ ਛੱਡਣਾ ਪਿਆ ਸੀ। ਮੈਂ ਇਹ ਦੋਵੇਂ ਗੱਲਾਂ, ਇਹਦਾ ਪੱਖ ਹੈ ਜਿਹੜੀ ਰੱਬੀ ਸ਼ਕਤੀ ਹੈ। ਜੇ ਛੋਟੇ ਸਾਹਿਬ ਬਾਬਾ ਅਟਲ ਜੀ ਕੋਲ, ਵੱਡੇ ਬਾਬਾ ਗੁਰਦਿੱਤਾ ਜੀ ਕੋਲ ਮਰਿਆਂ ਨੂੰ ਜਿੰਦੇ ਕਰਨ ਦੀ ਸੀ, ਅਤੇ ਗੁਰੂ ਸਾਹਿਬ ਕੋਲ ਕਿੰਨੀ ਜਿਹੜੀ ਹੈ ਰੂਹਾਨੀ ਉਹਨਾਂ ਦੀ ਸ਼ਕਤੀ ਹੋਏਗੀ। ਲੇਕਿਨ ਜਿਹੜੀ ਇਹ ਰੂਹਾਨੀ ਸ਼ਕਤੀ ਹੈ, ਇਹਨੂੰ ਦਿਖਾਉਣਾ, ਇਹਨੂੰ ਪ੍ਰਦਰਸ਼ਨ ਕਰਨਾ, ਇਹ ਸਿੱਖ ਧਰਮ 'ਚ ਨਹੀਂ ਹੈਗਾ। ਇਸ ਕਰਕੇ ਬਾਬਾ ਅਟਲ ਰਾਏ ਨੂੰ ਅਤੇ ਬਾਬਾ ਗੁਰਦਿੱਤਾ ਜੀ ਨੂੰ ਸਰੀਰ ਛੱਡਣਾ ਪਿਆ। ਇਹ ਮੇਜਰ ਜਿਹੜੀ ਕਨਵਰਜਨ ਦੇਖੀ ਜਾਂਦੀ ਹੈ, ਖਾਸ ਕਰ ਦੁਆਬੇ ਅਤੇ ਜੇ ਮਾਝੇ ਵਿੱਚ ਅਸੀਂ ਜਦੋਂ ਵਿਚਰੇ ਹਾਂ ਦੇਖਿਆ, ਉਹਦੇ ਵਿੱਚ ਜਿਹੜਾ ਜ਼ਿਆਦਾਤਰ ਲੋਕ ਜਿਹੜੇ ਕਨਵਰਟ ਹੋਏ ਕਹਿੰਦੇ ਸਾਡਾ ਮਨ ਬਦਲਿਆ ਕਿਉਂਕਿ ਸਾਡੀ ਫੇਥ ਹੀਲਿੰਗ ਹੋਈ ਹੈ, ਸਾਡੀ ਬਿਮਾਰੀਆਂ ਦੂਰ ਹੋਈਆਂ ਨੇ। ਸੋ ਲੀਗਲੀ ਹਾਊ ਵੈਲਿਡ ਇਜ਼ ਇਟ ਫॉर ਅ ਰਿਲੀਜੀਅਸ ਮੈਨ ਕਿ ਉਹ ਮਿਰਾਕੂਲਸਲੀ ਇਹ ਚੀਜ਼ਾਂ ਨੂੰ ਕਿਉਰ ਕਰਕੇ ਲੋਕਾਂ ਨੂੰ ਕਹੇ ਕਿ ਮੈਂ ਤੁਹਾਡਾ ਦੁੱਖ ਦੂਰ ਕਰਤੇ ਨੇ? ਇਹ ਲੀਗਲੀ ਕਿੰਨਾ ਕੁ ਵਾਜਿਬ ਹੈ ਇੱਕ ਰਿਲੀਜੀਅਸ ਮੈਨ ਲਈ ਮੈਡੀਕਲ ਕਲੇਮ ਕਰਨਾ? ਮਹਾਰਾਸ਼ਟਰ ਗਵਰਨਮੈਂਟ ਨੇ ਇਹਦੇ ਅਗੇਂਸਟ ਲਾਅ ਪਾਸ ਕੀਤਾ। ਸਰਕਾਰਾਂ ਨੂੰ ਇਹਦੇ ਬਾਰੇ ਪੜਤਾਲ ਕਰਨੀ ਚਾਹੀਦੀ ਹੈ। ਅਤੇ ਜਦੋਂ ਇੱਕ ਅਸੀਂ ਕਹਿੰਦੇ ਹਾਂ ਕਿ ਦੇਰ ਸ਼ੁੱਡ ਬੀ ਨੋ ਕਨਵਰਸ਼ਨ ਬਾਈ ਡਿਸੀਟਫੁਲ ਮੈਨਰ, ਜੀ ਹਾਂਜੀ, ਅਤੇ ਫਿਰ ਇਹਨੂੰ ਜਿਹੜੇ ਹੈ ਪੜਤਾਲ ਕਰਨੀ ਚਾਹੀਦੀ। ਇਟਸ ਅ ਪਾਰਟ ਆਫ ਇਨਵੈਸਟੀਗੇਸ਼ਨ। ਓਕੇ, ਕਿ ਬੰਦੇ ਬਾਕੀ ਜਿਹੜੇ ਆ ਹੁਣ ਉਹ ਠੀਕ ਹੋ ਗਏ ਕਿ ਨਹੀਂ ਹੋ ਗਏ, ਹਾਂਜੀ, ਇਹ ਤਾਂ ਦੇ ਹੈਵ ਟੂ, ਦੀ ਗਵਰਨਮੈਂਟ ਹੈਜ਼ ਟੂ ਡੂ ਜਸਟਿਸ ਐਂਡ ਦੇ ਸ਼ੁੱਡ ਬੀ ਪ੍ਰੋਐਕਟਿਵ। ਅਸੀਂ ਤਾਂ ਸਾਰਿਆਂ ਨੂੰ ਚਾਹੁੰਦੇ ਹਾਂ ਕਿਸੇ ਈਸਾਈ 'ਤੇ ਵੀ ਹਮਲਾ ਨਾ ਹੋਵੇ, ਕਿਸੇ ਈਸਾਈ ਦੀ ਸਭਾ ਭੰਗ ਨਾ ਹੋਵੇ, ਹਾਂਜੀ, ਕਿਸੇ ਚਰਚ ਦੇ ਉੱਤੇ ਕੋਈ ਹਮਲਾ ਨਾ ਕਰੇ। ਡੱਡੂਆਣਾ ਅੱਡਾ ਹੋਇਆ ਜਾਂ
ਜਿਹੜਾ ਉੱਥੇ ਇਨਸੀਡੈਂਟ ਹੋਏ ਆ ਤਰਨਤਾਰਨ ਦੇ ਵਿੱਚ, ਉਹ ਨਹੀਂ ਹੋਣੇ ਚਾਹੀਦੇ, ਰੋਕਣੇ ਚਾਹੀਦੇ ਆ। ਲੇਕਿਨ ਸੱਚ ਲੋਕਾਂ ਦੇ ਸਾਹਮਣੇ ਉਜਾਗਰ ਹੋਣਾ ਚਾਹੀਦਾ ਤਾਂ ਕਿ ਸਾਰੇ ਲੋਕ ਜਿਹੜੇ ਆ ਉਹ ਪੀਸਫੁਲੀ ਕੋਐਗਜ਼ਿਸਟੈਂਸ ਹੋਵੇ। ਪੀਸਫੁਲ ਕੋਐਗਜ਼ਿਸਟੈਂਸ, ਆਪਣੇ ਧਰਮ ਦੀ ਗੱਲ ਕਰੋ ਤੇ ਦੂਜੇ ਧਰਮਾਂ ਦੀ ਵੀ ਗੱਲ ਸੁਣੋ ਤੇ ਸਭ ਦਾ ਸਤਿਕਾਰ ਕਰੋ। ਇਹ ਤੁਹਾਨੂੰ ਲੱਗਦਾ ਜੇ ਮਹਾਰਾਸ਼ਟਰ ਦੀ ਤਰਜ਼ ਤੇ ਜੇ ਪੰਜਾਬ ਦੇ ਵਿੱਚ ਵੀ ਐਂਟੀ ਸੁਪਰਸਟੀਸ਼ਨ ਬਲੈਕ ਮੈਜਿਕ 2013 ਵਾਲਾ ਜੇ ਉਸ ਦੀ ਤਰਜ਼ ਤੇ ਪੰਜਾਬ 'ਚ ਹੋਵੇ, ਸੋ ਇਟ ਕੈਨ ਪ੍ਰੀਵੈਂਟ ਸੱਚ ਥਿੰਗਸ? ਦੇਖੋ, ਮੈਂ ਸਮਝਣਾ ਜਿਹੜਾ ਅਸਲੀ ਧਰਮ ਨੂੰ ਮੰਨਣ ਵਾਲਾ ਹੈ, ਹਾਂਜੀ, ਧਰਮ ਤਾਂ ਮੈਂ ਮੰਨਣਾ ਆਪਣੇ ਆਪ ਨਾਲ। ਹਾਂਜੀ, ਆਈ ਹੈਵ ਟੂ ਬੀ ਅ ਸਿੱਖ। ਹਾਂਜੀ, ਮੈਂ ਤੁਹਾਨੂੰ ਕਿਸ ਤਰ੍ਹਾਂ ਕਰ ਸਕਦਾ ਜਦੋਂ ਮੈਂ ਹੀ ਨਹੀਂ ਬਣਿਆ? ਸਤਿਗੁਰੂ ਕੀ ਬਾਣੀ ਸਤ ਸਰੂਪ ਹੈ, ਗੁਰਬਾਣੀ ਬਣੀ ਹੈ। ਹਾਂਜੀ, ਆਈ ਹੈਵ ਟੂ ਲਿਵ ਗੁਰਬਾਣੀ। ਹਾਂਜੀ, ਫਿਰ ਪਾਰਸ ਪਰਸੀਐ ਪਾਰਸ ਹੋਏ ਜਾਂ ਤੇਰੇ ਮਨ ਭਾਣੇ। ਤੋ ਗੁਰੂ ਦਾ ਤਾਂ ਹੁਕਮ ਹੈ, ਪਾਰਸ ਨੂੰ ਲੱਗਿਆ ਪਾਰਸ ਬਣੀਦਾ, ਤੇ ਜਾਂ ਅਕਾਲ ਪੁਰਖ ਦੀ ਮੌਜ ਹੋਵੇ। ਠੀਕ ਹੈ ਕਿ ਨਹੀਂ? ਤੋ ਅਸੀਂ ਸਾਡੇ ਤਾਂ ਸਿੱਖਾਂ ਦੇ ਵਿੱਚ ਜੋ ਮੈਂ ਜਿਸ ਧਰਮ 'ਚ ਪੈਦਾ ਹੋਇਆ, ਅਸੀਂ ਧਰਮ ਪ੍ਰਚਾਰ 'ਚ ਵਿਸ਼ਵਾਸ ਨਹੀਂ ਕਰਦੇ। ਕਿਸੇ ਵੀ ਇੱਕ ਮੈਂ ਅੱਜ ਤੱਕ ਦੀ ਨਹੀਂ ਕਦੇ ਸੁਣਿਆ ਕਿਸੇ ਦੇ ਮੂੰਹ 'ਚੋਂ ਕਿ ਤੁਸੀਂ ਸਿੱਖ ਬਣ ਜਾਓ ਤੁਹਾਡੀਆਂ ਬਿਮਾਰੀਆਂ ਦੂਰ ਹੋ ਜਾਣਗੀਆਂ, ਤੁਸੀਂ ਸਿੱਖ ਬਣ ਜਾਓ ਅਸੀਂ ਤੁਹਾਨੂੰ ਰੋਟੀ ਫ੍ਰੀ ਦੇਵਾਂਗੇ। ਦੁਨੀਆ ਭਰ ਵਿੱਚ ਸਿੱਖ ਸੇਵਾ ਕਰਦੇ ਆ। ਸਾਡੇ ਦੋ ਹੀ ਕੰਮ ਹੈ ਜਿਹੜਾ ਗੁਰਬਾਣੀ ਦੇ ਵਿੱਚ ਸ਼ੁਰੂ ਦੇ ਵਿੱਚ ਹੀ ਸ਼੍ਰੀ ਰਾਗ ਵਿੱਚ ਹੀ ਅੰਕਿਤ ਹੈ ਗੁਰੂ ਪਾਤਸ਼ਾਹ ਨੇ, ਕਿ ਅੰਦਰ ਦਾ ਦੀਵਾ ਜਗਾਓ ਅਤੇ ਬਾਹਰ ਲੋਕਾਂ ਦੀ ਸੇਵਾ ਕਰੋ। ਅਤੇ ਇਹ ਜਿਹੜਾ ਗਿਆਨ ਨਾਲ ਹੀ ਦੀਵਾ ਜਗਦਾ ਅਤੇ ਲੋਕਾਂ ਦੀ ਸੇਵਾ ਨਾਲ ਰੱਬ ਦੀ ਪ੍ਰਾਪਤੀ ਹੁੰਦੀ ਹੈ, ਉਹਦੀ ਦਰਗਾਹ 'ਚ ਮਾਣ ਪ੍ਰਾਪਤ ਹੁੰਦਾ। ਇਸ ਤੋਂ ਅੱਗੇ ਤਾਂ ਮੈਂ ਸਿੱਖਿਆ ਨਹੀਂ ਧਰਮ। ਬਟ ਕੁਝ ਰਿਲੀਜਨ, ਕਿਉਂਕਿ ਸਾਡੇ ਦੇਸ਼ 'ਚ ਫਰੀडम ਆਫ ਰਿਲੀਜਨ ਐਕਸਪ੍ਰੈਸ਼ਨ ਹੈ, ਕੁਝ ਰਿਲੀਜਨ ਦੇ ਵਿੱਚ ਇਹ ਚੀਜ਼ ਹੈਗੀ ਹੈ ਕਿ ਅਸੀਂ ਆਪਣਾ ਧਰਮ ਪ੍ਰਚਾਰ ਕਰਕੇ ਲੋਕਾਂ ਨੂੰ ਕਨਵਰਟ ਕਰੀਏ, ਉਹਦੇ ਵਿੱਚ ਬਹਿਸ ਦਾ ਵੀ ਹੈਗਾ। ਸੋ ਇਹ ਹਾਊ ਵੈਲਿਡ ਇਜ਼ ਇਟ? ਕਿਉਂਕਿ ਜਿਹੜੇ ਤੁਸੀਂ ਗੱਲ ਕੀਤੀ ਕਿ ਤੁਹਾਡੇ ਕੋਲ ਜਿਹੜੇ ਫਿਰਕੇ ਆਏ, ਕੈਥਲਿਕਸ ਆਏ, ਪ੍ਰੋਟੈਸਟੈਂਟਸ ਆਏ, ਇਹਨਾਂ ਵਿੱਚ ਇੱਕ ਹੋਰ ਫਿਰਕਾ ਹੈਗਾ ਜਿਹਨੂੰ ਪੈਂਟਾਕੋਸਟਾ ਕ੍ਰਿਸਚੀਅਨਸ ਕਹਿੰਦੇ ਆ। ਦੇ ਬਿਲੀਵ ਇਨ ਹੋਲੀ ਸਪਿਰਿਟ। ਸੋ ਇਹ ਹੋਲੀ ਸਪਿਰਿਟ ਨੂੰ ਦਿਖਾ ਕੇ ਲੋਕਾਂ ਦੀ ਬਿਮਾਰੀਆਂ ਦੂਰ ਕਰਕੇ ਜੋ ਹੈ ਦਾਵਾ ਕਰਦੇ ਆ, ਉਸ ਤੋਂ ਬਾਅਦ ਕਹਿੰਦੇ ਅਸੀਂ ਕਿਸੇ ਦਾ ਮਨ ਨਹੀਂ ਧਰਮ ਨਹੀਂ ਬਦਲਦੇ, ਅਸੀਂ ਮਨ ਬਦਲਦੇ ਹਾਂ। ਉਸ ਤੋਂ ਦੇ ਦੈਮਸੈਲਫ ਕਮ ਟੂ ਅਸ ਐਂਡ ਟੇਕ ਬੈਪਟਿਜ਼ਮ ਐਂਡ ਕਨਵਰਟਡ। ਅਤੇ ਇਹ ਲੀਗਲੀ ਕਿੰਨਾ ਕੁ ਜਾਇਜ਼ ਹੈ ਕਿ ਕਿਸੇ ਦੀ ਬਿਮਾਰੀ ਦੂਰ ਕਰਤੀ, ਕਿਸੇ ਨੂੰ ਕਹਿਤਾ ਕੈਂਸਰ ਠੀਕ ਹੋ ਜਾਏਗਾ? ਅਸੀਂ ਇਹ ਚਰਚਾ ਕਰ ਚੁੱਕੇ ਹਾਂ। ਹਾਂਜੀ, ਕਿ ਮਾਨਯੋਗ ਸੁਪਰੀਮ ਕੋਰਟ ਨੇ ਹਾਂਜੀ ਇਹਨੂੰ ਸਹੀ ਨਹੀਂ ਮੰਨਿਆ। ਹਾਂਜੀ, ਜਿਹੜਾ ਇਸ ਤਰ੍ਹਾਂ ਦਾ ਮਹਾਰਾਸ਼ਟਰ ਦੇ ਵਿੱਚ ਕਾਨੂੰਨ ਵੀ ਪਾਸ ਹੋਇਆ। ਹਾਂਜੀ, ਇਹ ਲਾਅ ਐਂਡ ਆਰਡਰ ਦਾ ਮਸਲਾ ਹੈ। ਠੀਕ ਹੈ। ਇਹ ਲੋਕਾਂ ਦੇ ਧਰਮ ਪਰਿਵਰਤਨ ਦਾ ਮਸਲਾ ਹੈ ਜਿਹਨੂੰ ਕਾਨੂੰਨ ਦੇ ਮੁਤਾਬਕ ਇਹਦੇ ਤੇ ਫੈਸਲਾ ਹੋਣਾ ਚਾਹੀਦਾ ਹੈ। ਹਾਂਜੀ, ਕਿਸੇ ਵੀ ਵਿਅਕਤੀ ਨੂੰ ਜਦੋਂ ਅਸੀਂ ਕਹਿੰਦੇ ਬੇਦ ਕਤੇਬ ਕਹੋ ਮਤ ਝੂਠੇ ਝੂਠਾ ਜੋ ਨਾ ਵਿਚਾਰੇ, ਗੁਰੂ ਪਾਤਸ਼ਾਹ ਨੇ ਕਿਹਾ ਕਿ ਬਈ ਤੁਮਕੋ ਆਪਣਾ ਮੁਬਾਰਕ ਹਮਕੋ ਆਪਣਾ ਮੁਬਾਰਕ। ਅਸੀਂ ਤਾਂ ਕਹਿੰਦੇ ਕਿ ਸਾਰੇ ਹੀ ਧਰਮ ਚੰਗੇ ਨੇ। ਠੀਕ ਹੈ। ਹਾਂਜੀ, ਤੇ ਮੇਰਾ ਧਰਮ ਦੂਜਿਆਂ ਦੇ ਧਰਮ ਨਾਲੋਂ ਚੰਗਾ ਕਿਵੇਂ ਹੋਇਆ? ਹਾਂਜੀ, ਠੀਕ ਹੈ ਕਿ ਨਹੀਂ? ਫਿਰ ਅਸੀਂ ਤਾਂ ਸਭ ਧਰਮ ਗ੍ਰੰਥਾਂ ਦਾ ਸਤਿਕਾਰ ਕਰਦੇ ਹਾਂ, ਸਭ ਗੁਰੂਆਂ ਦਾ ਸਤਿਕਾਰ ਕਰਨਾ ਚਾਹੀਦਾ ਹੈ ਔਰ ਸਾਰਿਆਂ ਦੇ ਸਨਮਾਨ ਕਰਨਾ ਚਾਹੀਦਾ ਹੈ। ਅਤੇ ਇਹ ਕਦੇ ਵੀ ਕਿਸੇ ਨੂੰ ਨਹੀਂ ਕਿ ਤੁਹਾਡਾ ਗੁਰੂ ਠੀਕ ਨਹੀਂ ਕਰ ਸਕਦਾ ਅਤੇ ਮੇਰਾ ਗੁਰੂ ਠੀਕ ਕਰ ਸਕਦਾ ਹੈ। ਇਹ ਸਮਝਦਾ ਮੈਂ ਇਹ ਧੋਖਾ ਹੈ। ਇਹ ਦਿਸ ਇਜ਼ ਅ ਡਿਸੀਟਫੁਲ ਮੈਨਰ ਜਿਹੜਾ ਨਹੀਂ ਹੋਣਾ। ਇਹ ਸਾਰੇ ਜਿੰਨੇ ਵੀ ਮਹਾਂਪੁਰਸ਼ ਹੋਏ ਆ ਇਹ ਰੱਬ ਦਾ ਰੂਪ ਹੈ। ਆਪ ਨਾਰਾਇਣ ਕਲਾਧਾਰ ਜਗ ਮੈਂ ਪਰਵਰਿਓ। ਭਾਵੇਂ ਕਹਿੰਦੇ ਕਿ ਇਹ ਈਸਾ ਮਸੀਹ ਜੀ ਗੁਰੂ ਪ੍ਰਭੂ ਦੇ ਪੁੱਤਰ ਸੀ। ਹਾਂਜੀ, ਅਤੇ ਗੁਰੂ ਗੋਬਿੰਦ ਸਿੰਘ ਸਾਹਿਬ ਆਪ ਕਹਿੰਦੇ ਆ, ਕੀ ਕਹਿੰਦੇ ਆ ਕਿ ਮੈਂ ਆਪਣਾ ਸੁਧ ਤੋਹੇ ਨਿਵਾਜਾ, ਪੰਥ ਪ੍ਰਚਰ ਕਰ ਬਹਿ ਕੋ ਸਾਜਾ, ਜਾਹੇ ਤਹਾਂ ਤੁਮ ਧਰਮ ਚਲਾਇਓ, ਕੁਬੁੱਧ ਕਰਨ ਤੇ ਲੋਕ ਹਟਾਇਓ। ਉਹ ਵੀ ਰੱਬ ਦੇ ਪੁੱਤਰ ਹੈ। ਉਹ ਕਹਿੰਦੇ ਮੈਨੂੰ ਰੱਬ ਨੇ ਕਿਹਾ ਮੈਂ ਤੈਨੂੰ ਆਪਣਾ ਪੁੱਤਰ ਬਣਾ ਕੇ ਭੇਜਦਾ, ਆਹ ਤੂੰ ਕੰਮ ਕਰਨੇ। ਇਹ ਜਿੰਨੇ ਆਏ ਆ ਵੱਡੇ ਗੁਰਪੀਰ ਸਾਡੇ, ਇਹ ਰੱਬ ਦੇ ਮੈਸੇਂਜਰ ਸੀ, ਰੱਬ ਦਾ ਰੂਪ ਸੀ। ਇਹਨਾਂ ਨੇ ਸਮੇਂ ਸਮੇਂ ਸਿਰ ਆ ਕੇ ਕੰਮ ਕੀਤਾ ਸੀ। ਰੱਬ ਦਾ ਇੱਕ ਰੂਪ ਬਹੁਤ ਵਧੀਆ ਨਹੀਂ ਤੇ ਦੂਜਾ ਰੂਪ ਘਟੀਆ ਨਹੀਂ ਹੈਗਾ। ਸੋ ਹਮ ਨਹੀਂ ਚੰਗੇ ਬੁਰਾ ਨਹੀਂ ਕੋਏ ਵਾਲੀ ਗੱਲ ਕਰਨੀ ਚਾਹੀਦੀ ਹੈ ਜੀ। ਕੋਐਗਜ਼ਿਸਟੈਂਸ ਚਾਹੀਦਾ। ਜਿਹੜੀ ਤੁਸੀਂ ਆਮ ਆਦਮੀ ਪਾਰਟੀ ਲੈਡ ਪੰਜਾਬ ਗਵਰਨਮੈਂਟ ਨੂੰ 3 ਲੈਟਰਸ ਲਿਖੇ, ਯੂ ਹੈਵ ਰਿਟਨ ਮਲਟੀਪਲ ਲੈਟਰਸ, ਉਹਦੇ ਵਿੱਚ ਤੁਹਾਡੀ ਕੀ ਫਾਈਂਡਿੰਗ ਸੀਗੀ ਤੇ ਤੁਸੀਂ ਉਹਨਾਂ ਤੋਂ ਕੀ ਐਕਸਪੈਕਟ ਕੀਤਾ? ਅਸੀਂ ਉਹਨਾਂ ਤੋਂ ਜਵਾਬ ਹੀ ਮੰਗਿਆ ਜੀ। ਹਲੇ ਤਾਂ ਦੇਖਿਆ ਵੀ ਕਿੰਨੇ ਚਰਚ ਨਵੇਂ ਬਣੇ ਆ। ਸਾਡਾ ਮਕਸਦ ਇੱਕ ਹੈ ਕਿ ਧਰਮਾਂ ਦੇ ਨਾਂ ਤੇ टकराव नहीं होना चाहिए। मजहब नहीं सिखाता आपस में बैर रखना। हिंदी है हम, वतन है हिंदुस्तान हमारा। ठीक है।
ਸਭ ਤੋਂ ਜ਼ਿਆਦਾ ਬੀਜੇਪੀ ਲੈਡ ਸਟੇਟਸ ਵਿੱਚ ਐਂਟੀ ਕਨਵਰਜਨ ਲਾਅ ਆਇਆ, ਤੁਹਾਡੇ ਇਸ ਬਾਰੇ ਕੀ ਵਿਊਜ਼ ਨੇ? ਕੀ ਹੈ ਪੰਜਾਬ ਦੇ ਵਿੱਚ ਇੰਪਲੀਮੈਂਟ ਹੋਣਾ ਚਾਹੀਦਾ? ਕਿਉਂਕਿ ਅਕਾਲ ਤਖਤ ਦੇ ਜਥੇਦਾਰਾਂ ਨੇ ਵੀ ਇਹ ਗੱਲ ਕਹੀ ਸੀ। ਮੈਂ ਕਹਿੰਦਾ ਜੋ ਭਾਰਤ ਦਾ ਸੰਵਿਧਾਨ ਕਹਿੰਦਾ ਹੈ, ਹਾਂਜੀ ਜੋ ਭਾਰਤ ਦੀ ਸੁਪਰੀਮ ਕੋਰਟ ਇੰਟਰਪ੍ਰੀਟੇਸ਼ਨ ਕਰਦੀ ਹੈ, ਹਾਂਜੀ ਉਹ ਜਿਹੜੀ ਚੀਜ਼ ਹੈ ਉਹ ਇਹ ਦੇਖਣੀ ਚਾਹੀਦੀ ਹੈ ਹਾਊ ਟੂ ਸਟਾਪ ਡਿਸੀਟਫੁਲ ਵੇਜ਼ ਟੂ ਕਨਵਰਟ ਪੀਪਲ। ਓਕੇ, ਜਿਹੜਾ ਇਹਦੇ ਲਈ ਚਰਚਾ ਹੋਣੀ ਚਾਹੀਦੀ ਹੈ, ਠੀਕ ਹੈ ਅਸੈਂਬਲੀਆਂ 'ਚ ਚਰਚਾ ਹੋਣੀ ਚਾਹੀਦੀ ਹੈ, ਠੀਕ ਹੈ। ਆਪਸ ਵਿੱਚ ਬਹਿ ਕੇ ਗੱਲ ਕਰਨੀ ਚਾਹੀਦੀ ਹੈ। ਠੀਕ ਹੈ ਅਸੀਂ ਵੀ ਜਿੱਥੇ ਬਹਿੰਦੇ ਹਾਂ, ਮਿਨੋਰਟੀ ਕਮਿਸ਼ਨ ਸਾਰੇ ਧਰਮਾਂ ਦੇ ਲੋਕਾਂ ਨੂੰ ਇਕੱਠੇ ਕਰਦਾ ਹੈ। ਠੀਕ ਹੈ ਅਸੀਂ ਇਕੱਠੇ ਕਰਕੇ ਉਹਨਾਂ ਨੂੰ ਕਹਿੰਦੇ ਹਾਂ ਕਿ ਬੈਠੋ ਯਾਰ, ਚਰਚਾ ਕਰੋ ਹਾਂਜੀ ਸਾਰੇ ਮਿਲ ਕੇ। ਮੈਂ ਕੱਲ ਵੀ ਕਹਿ ਰਿਹਾ ਸੀਗਾ ਹਾਂਜੀ ਕਿ ਜੇ ਇੱਕ ਮਿਨੋਰਟੀ ਦੂਜੀ ਮਿਨੋਰਟੀ ਨੂੰ ਕਨਵਰਟ ਕਰਦੀ ਹੈ, ਫਿਰ ਦੋਸ਼ੀ ਕੌਣ ਹੈ? ਭਾਰਤ ਸਰਕਾਰ ਥੋੜੀ ਦੋਸ਼ੀ ਹੈ। ਠੀਕ ਹੈ। ਹਾਂਜੀ, ਅਸੀਂ ਦੋਸ਼ੀ ਆਪ ਹੈਗੇ ਆ। ਕੈਨ ਦਿਸ ਬੀ ਦਾ ਸੋਲੂਸ਼ਨ? ਜਿਹੜਾ ਇਹ ਲਾਅ ਹੈਗਾ, ਕੈਨ ਦਿਸ ਬੀ ਅ ਸੋਲੂਸ਼ਨ? ਸੋਲੂਸ਼ਨ ਤਾਂ ਜਦੋਂ ਬੰਦਾ ਰੱਬ ਨੂੰ ਮੰਨਣ ਲੱਗ ਜਾਏਗਾ ਨਾ। ਨਹੀਂ, ਉਹ ਤਾਂ ਇੱਕ ਪਰਸਨਲ ਪੈਕਟ ਹੈ, ਨਹੀਂ, ਐਵਰੀਬਾਡੀ। ਹਾਂਜੀ, ਜਿਹੜਾ ਬੰਦਾ ਆਪ ਨਹੀਂ ਰੱਬ ਨੂੰ ਮੰਨਦਾ, ਹਾਂਜੀ ਉਹ ਬੰਦਾ ਜੇ ਇਸ ਕਰਕੇ ਤੁਰ ਜਾਏ ਕਿ ਮੈਂ ਤੁਹਾਨੂੰ ਰੱਬ ਮਨਾਉਣਾ ਹੈ, ਹਾਂਜੀ ਤੇ ਗੱਲ ਇਹ ਸਾਰੇ ਹੀ ਹੈ ਨਾ। ਗੁਰੂ ਸਾਹਿਬ ਨੇ ਕਿਹਾ ਤੀਨੋਂ ਉਜਾੜੇ ਕਾ ਬੰਦ। ਜੇ ਅੱਜ ਦੇ ਹੁੰਦਾ ਤੇ ਉੱਥੇ ਭਾਵੇਂ 7 ਉਜਾੜੇ ਕਾ ਬੰਦ ਲਿਖ ਦਿੰਦੇ। ਠੀਕ ਹੈ ਕਿ ਨਹੀਂ? ਤੁਸੀਂ ਡਿਸਾਈਡ ਜੀ ਸਿੱਧੀਆਂ ਉਜਾੜੇ ਕੇ ਬੰਦ ਵਾਲੀਆਂ ਹੀ ਨੇ। ਠੀਕ ਹੈ, ਬਟ ਤੁਸੀਂ ਡਿਸਾਈਡਫੁਲ ਮੈਨਰ ਦੀ ਗੱਲ ਕੀ, ਜਿਸ ਤਰੀਕੇ ਨਾਲ ਅਲੋਰਮੈਂਟ ਦੇ ਨਾਲ ਕਨਵਰਟ ਕੀਤਾ ਜਾਂਦਾ ਹੈ, ਕੀ ਇਹ ਲਾਅ ਇਸ ਨੂੰ ਸੌਰਟ ਆਊਟ ਕਰ ਸਕਦਾ? ਮੈਂ ਆਈ ਐਮ ਨਾਟ ਟਾਕਿੰਗ ਦ ਪੁਆਇੰਟ ਹਾਂਜੀ which is not in existence. It Okay. is the duty of the parliament Okay. or the assembly ਓਕੇ to debate all such things. ਓਕੇ ਲੋਕ ਰਾਏ ਦੇਖਣਾ ਉਹਨਾਂ ਦਾ ਕੰਮ ਹੈ, ਸਟੇਟਾਂ ਦਾ, ਕਿ ਸਾਡੇ ਦੇਸ਼ ਦਾ ਕਾਨੂੰਨ ਹਾਂਜੀ ਉਹਨਾਂ ਦੇ ਕਾਨੂੰਨਾਂ ਦੇ ਰਾਹੀਂ, ਸਟੇਟ ਦੇ ਲਾਜ਼ ਦੇ ਨਾਲ, ਹਾਂਜੀ। ਸਟੇਟ ਦੇ ਰੂਲਸ ਦੇ ਨਾਲ ਪੂਰੀ ਹਾਂਜੀ। ਤਰ੍ਹਾਂ ਇੰਪਲੀਮੈਂਟ ਹੋਵੇ। ਠੀਕ ਹੈ ਹਾਂਜੀ, ਕਿਸੇ ਨੂੰ ਮੈਂ ਬੁਰਾ ਕਵਾਂਗਾ, ਕਿਸੇ ਨੂੰ ਚੰਗਾ ਕਵਾਂਗਾ, ਇਹ ਗੱਲ ਵਾਜਬ ਨਹੀਂ। ਠੀਕ ਹੈ। ਭਾਰਤ ਦਾ ਸੰਵਿਧਾਨ ਇੱਕ ਹੈ, ਹਾਂਜੀ ਭਾਰਤ ਦੀ ਸੁਪਰੀਮ ਕੋਰਟ ਇੱਕ ਹੈ। ਹਾਂਜੀ ਤੋ ਜੋ ਫੈਸਲਾ ਸੁਪਰੀਮ ਕੋਰਟ ਕਰਦੀ ਹੈ, ਹਾਂਜੀ। ਉਹ ਕਿਸ ਤਰ੍ਹਾਂ ਲਾਗੂ ਹੋਵੇ, ਇਹਨੂੰ ਸਟੇਟਾਂ ਨੂੰ ਦੇਖਣਾ ਚਾਹੀਦਾ। ਕਈ ਜਿਹੜੇ ਹਿਊਮਨ ਰਾਈਟ ਆਰਗੇਨਾਈਜੇਸ਼ਨਸ ਹੈਗੀਆਂ, ਸੋਸ਼ਲ ਆਰਗੇਨਾਈਜੇਸ਼ਨ, ਸਿਵਲ ਸੁਸਾਇਟੀ, ਉਹ ਕਹਿੰਦੇ ਨੇ ਕਿ ਜਿਹੜਾ ਹੈ ਇੱਦਾਂ ਦਾ ਕ੍ਰਿਸਚਨ ਜਿਹੜਾ ਕਨਵਰਜਨ ਦਾ ਹੈਗਾ, ਇਹ ਸਭ ਕੁਝ ਵੀ ਨਹੀਂ ਹੈਗਾ, ਇਟਸ ਬੀਜੇਪੀਜ਼ ਕ੍ਰੀਏਸ਼ਨ। ਤੁਸੀਂ ਇਸ ਨੂੰ ਕਿਵੇਂ ਦੇਖਦੇ ਹੋ? ਦੇਖੋ, ਬੀਜੇਪੀ ਪੰਜਾਬ 'ਚ ਕਦੇ ਰਾਜ ਨਹੀਂ ਕਰਦੀ ਰਹੀ। ਕਿਉਂਕਿ ਜਿੱਥੇ ਜਿੱਥੇ ਬੀਜੇਪੀ ਆਈ ਹੈ ਉੱਥੇ ਇਹ ਲਾਅ ਆਏ ਹੈ, ਤੇ ਉਹ ਦੇਖੋ, ਜਿੱਥੇ ਗੱਲ ਇਹ ਹੈ, ਸਟੇਟਾਂ ਜਿੱਥੇ ਬਣਦੀਆਂ ਨੇ, ਲਾਅ ਇਜ਼ ਨਾਟ ਬਾਈ ਅ ਪਾਰਟੀ ਬਟ ਬਾਈ ਦਾ ਗਵਰਨਮੈਂਟ। ਇਟ ਇਜ਼ ਡਿਬੇਟਡ ਇਨ ਦਾ ਅਸੈਂਬਲੀ ਐਂਡ ਦੇਅਰ ਐਵਰੀਵਨ ਫਰਮ ਐਵਰੀ ਗਰੁੱਪ ਟੂ ਡਿਬੇਟ ਇਟ। ਜਿੱਥੇ ਬੀਜੇਪੀ ਮੈਜੋਰਟੀ ਸਟੇਟ, ਅਸੀਂ ਸਭ ਤੋਂ ਜ਼ਿਆਦਾ ਸਤਿਕਾਰ ਕਰਦੇ ਹਾਂ ਕ੍ਰਿਸਚੀਅਨ ਭਾਈਚਾਰੇ ਦਾ। ਹਾਂਜੀ ਔਰ ਕ੍ਰਿਸਚੀਅਨ ਅਸੀਂ ਚੀਫ ਮਿਨਿਸਟਰ ਵੀ ਬਣਾਏ ਹੋਏ ਆ। ਠੀਕ ਹੈ ਅਸੀਂ ਉਹਨਾਂ ਦੇ ਨਾਲ ਹਾਂ। ਅਸੀਂ ਕਦੋਂ ਕਹਿੰਦੇ ਮੈਂ ਆਈ ਐਮ ਦੇਅਰ, ਸਾਡੇ ਐਡਵਾਈਜ਼ਰ ਕ੍ਰਿਸਚੀਅਨ ਨੇ, ਅਸੀਂ ਉਹਨਾਂ ਨਾਲ ਹਮੇਸ਼ਾ ਚਰਚਾ 'ਚ ਰਹਿੰਦੇ ਆ। ਸਾਰੇ ਕ੍ਰਿਸਚੀਅਨ ਜਿਹੜੇ ਆ ਉਹ ਦੇ ਆਲ ਵਾਂਟ ਪੀਸਫੁਲ ਲਾਈਫ ਐਂਡ ਕੋਐਗਜ਼ਿਸਟੈਂਸ। ਜੀ ਦੇਖੋ, ਜੇ 30 ਸੰਨ 30 ਦੇ ਵਿੱਚ ਆਇਆ ਈਸਵੀ ਦੇ ਵਿੱਚ ਇੱਥੇ ਕ੍ਰਿਸਚੀਅਨਿਟੀ, ਤੇ ਹਲੇ ਤਾਂ 2.30% ਹੈ। ਕਿਸੇ ਜਗ੍ਹਾ ਬਹੁਤ ਵੱਡੀ ਇਹਨਾਂ ਦੀ ਗਿਣਤੀ ਨਹੀਂ ਵੱਧ ਗਈ, ਹਾਲੇ ਕਿ ਰਾਜ ਵੀ ਰਿਹਾ। ਲੇਕਿਨ ਕੁਝ ਲੋਕ ਜਿਹੜੇ ਆ ਉਹ ਧਰਮ ਨੂੰ ਬਦਨਾਮ ਕਰਦੇ ਆ। ਠੀਕ ਹੈ ਉਹ ਲੋਕਾਂ ਨੂੰ ਸੈਗਰੀਗੇਟ ਕਰਨਾ ਚਾਹੀਦਾ, ਉਹਨਾਂ ਨੂੰ ਅਲੱਗ ਕਰਨਾ ਚਾਹੀਦਾ, ਤਾਂ ਕਿ ਉਹ ਦੋ ਫਿਰਕਿਆਂ ਦੀ ਲੜਾਈ ਨਾ ਪਾਉਣ। ਜੀ ਇਸਲਾਮ, ਹਿੰਦੂਆਂ ਦੀ ਆਬਾਦੀ ਘਟੀ ਹੈ ਹਿੰਦੁਸਤਾਨ ਦੇ ਵਿੱਚ। ਠੀਕ ਹੈ ਠੀਕ ਹੈ ਕਿ ਨਹੀਂ? ਸਿੱਖਾਂ ਦੀ ਘਟੀ ਹੈ, 1.79 ਤੋਂ 1.72 ਰਹਿ ਗਈ ਹੈ। ਠੀਕ ਹੈ ਜੋ 1951 'ਚ ਸੀ ਨਾ ਸਾਡੀ ਹਾਂਜੀ ਪਹਿਲੀ ਮਤਗਣਨਾ ਵੇਲੇ, ਉਹ ਵੀ ਅੱਜ ਹੈ ਨਹੀਂ। ਠੀਕ ਹੈ ਅਸੀਂ ਇਹ ਸਾਰੀਆਂ ਚੀਜ਼ਾਂ ਹਾਂਜੀ। ਧਿਆਨ 'ਚ ਰੱਖਣੀਆਂ ਚਾਹੀਦੀਆਂ। ਛੱਤੀਸਗੜ੍ਹ ਤੇ ਨਾਰਥ ਈਸਟ ਵਿੱਚ ਵੀ ਕਾਫੀ ਇੱਦਾਂ ਦੇ ਕੇਸ ਆਏ ਸੀਗੇ ਰਿਫਟ ਦੇ, ਉਹ ਇੱਥੇ ਦੇ ਪੰਜਾਬ ਦੇ ਨਾਲ ਕਿਵੇਂ ਰਿਲੇਟਡ ਹੈ? ਮੈਂ ਤਾਂ ਕੋਈ ਦੇਖੋ, ਇਹ ਜਿਹੜਾ ਨਾ ਕੋਈ ਇਜ਼ ਇਟ ਏ ਨੈਸ਼ਨਲ ਪਾਲਿਸੀ, ਇਜ਼ ਇਟ ਏ ਪੋਲੀਟੀਕਲ ਪਾਲਿਸੀ? ਕੋਈ ਹੈ ਨਹੀਂ। ਐਵੇਂ ਤੁਹਾਡੇ ਤੁਸੀਂ ਸਵਾਲ ਬਣਾ ਰਹੇ ਹੋ ਆਪਣੇ ਕੋਲੋਂ ਹੀ, ਤੇ ਮੈਂ ਇਹਦਾ ਕੀ ਜਵਾਬ ਦਿਆਂ? ਮਹਾਰਾਸ਼ਟਰ ਦੇ ਵਿੱਚ ਹਜੇ ਜਿਹੜਾ ਬੀਜੇਪੀ ਦਾ ਇੱਕ ਬੜਾ ਵੱਡਾ, ਜਿੱਥੇ ਬੰਜਾਰਿਆ ਕਮਿਊਨਿਟੀ ਦਾ ਇਕੱਠਾ ਕੀਤਾ ਸੀ, ਉਹਦੇ ਵਿੱਚ ਆਰਐਸਐਸ ਦੇ ਬੀਜੇਪੀ ਦੇ ਬੰਦੇ ਨੇ ਕਿਹਾ ਕਿ ਨੈਸ਼ਨਲ ਲੈਵਲ ਤੇ ਐਂਟੀ ਕਨਵਰਜਨ ਲਾਅ ਹੋਣਾ ਚਾਹੀਦਾ, ਤੇ ਤੁਸੀਂ ਇਸ ਗੱਲ ਤੇ ਸਹਿਮਤ ਹੋ? ਦੱਸੋ, ਮੈਂ ਕੋਈ ਆਰਐਸਐਸ ਦਾ ਬੰਦਾ ਨਹੀਂ ਹੈਗਾ, ਕੋਈ ਬੀਜੇਪੀ ਦਾ ਬੰਦਾ ਨਹੀਂ। ਹਾਂਜੀ, ਮੈਂ ਤਾਂ ਜਿਹੜਾ ਤੁਹਾਡਾ ਇੰਡੀਪੈਂਡੈਂਟ ਓਪੀਨੀਅਨ ਚਾਹੀਦਾ। ਮੈਂ ਤਾਂ ਤੁਹਾਨੂੰ ਕਹਿੰਦਾ ਕਿ ਤੁਸੀਂ, ਕੋਈ ਵਿਅਕਤੀ ਆਪਣੀ ਗੱਲ ਕਰ ਸਕਦਾ। ਹਾਂਜੀ, ਕੀ ਐਸੀ ਗੱਲ ਮੋਹਨ ਭਾਗਵਤ ਜੀ ਨੇ ਕੀਤੀ ਹੈ? ਕੀ ਐਸੀ ਗੱਲ ਜੇਪੀ ਨੱਡਾ ਜੀ ਨੇ ਕੀਤੀ ਹੈ? ਜੇ ਤਾਂ ਉਹਨਾਂ ਨੇ ਕੀਤੀ ਹੈ, ਜਾਂ ਪਾਰਲੀਮੈਂਟ ਬੋਰਡ 'ਚੋਂ ਕੋਈ ਐਸਾ ਪਾਸ ਹੋਇਆ,
ਉਹਦਾ ਮੈਂ ਜਵਾਬ ਦੇਣ ਜੋਗਾ ਹੈਗਾ। ਠੀਕ ਹੈ। ਤੇ ਜਿਹੜਾ ਕੋਈ ਇੰਡੀਵਿਜੂਅਲ ਕਰਦਾ ਉਹਨੂੰ ਪੁੱਛ ਲਓ ਨਾ। ਠੀਕ ਹੈ। ਜਿਹੜੀ ਕੋਈ ਇੰਡੀਵਿਜੂਅਲ ਕੋਈ ਗੱਲ ਕਰਦਾ ਉਹਦੇ ਲਈ ਉਹ ਇੰਡੀਵਿਜੂਅਲ, ਤੁਸੀਂ ਕੋਈ ਗੱਲ ਬੋਲਦੇ ਹੋ ਹਾਂਜੀ। ਤੇ ਇਹਦੇ ਲਈ ਸਿੱਖ ਪੰਥ ਜ਼ਿੰਮੇਵਾਰ ਹੈ। ਠੀਕ ਹੈ। Who authorized you to speak on behalf of the Sikh community? ਮੇਰਾ ਲਾਸਟ ਸਵਾਲ, ਇਹ ਵੀ ਕਈ ਰਿਪੋਰਟਸ ਵਿੱਚ ਕੀਤਾ ਜਾਂਦੇ ਆ, ਲਿਖਿਆ ਇੰਗਲਿਸ਼ ਮੀਡੀਆ ਦੇ ਵਿੱਚ ਵੀ, ਕਿ ਪੰਜਾਬ ਦੇ ਵਿੱਚ ਜਿਹੜਾ ਦਲਿਤ ਸਮਾਜ ਹੈ ਉਹ ਜ਼ਿਆਦਾ ਇਸ ਕ੍ਰਿਸਚਨ ਵੱਲ ਜਾ ਰਿਹਾ ਹੈ, ਕਿਉਂਕਿ ਜਿਹੜਾ ਉੱਥੇ ਦਾ ਡੋਮੀਨੇਟਿੰਗ ਸੁਸਾਇਟੀ ਜਿਹੜਾ ਸਵਰਨ ਜਾਤੀ ਹੈ ਉਹਨਾਂ ਨੇ ਉਹਨਾਂ ਨੂੰ ਉਹ ਮਾਨ ਸਤਿਕਾਰ ਨਹੀਂ ਦਿੱਤਾ ਗੁਰਦੁਆਰਿਆਂ ਦੇ ਵਿੱਚ। ਕੀ ਇਹਦੇ ਵਿੱਚ ਸੱਚਾਈ ਹੈ ਕੋਈ? ਦੇਖੋ, ਇਹ ਧਾਰਮਿਕ ਲੋਕਾਂ ਦਾ ਕੰਮ ਹੈ। ਇਹ ਜਿਹੜੀ ਦੇ ਸ਼ੁੱਡ ਸਿਟ ਟੂਗੇਦਰ ਐਂਡ ਸੀ ਕਿ ਅਸੀਂ ਸਾਡੇ 'ਚ ਕਿੱਥੇ ਕਮੀ ਹੈ। ਠੀਕ ਹੈ। ਜਿੱਥੇ ਕਮੀ ਹੈ, ਜੇ 55 ਲੱਖ ਦੀ ਜ਼ਮੀਨ ਜਿਹੜੀ ਹੈ ਹਾਂਜੀ, ਉਹ 2 ਕਰੋੜ 70 ਲੱਖ ਦੀ ਗੁਰਦੁਆਰੇ ਤੋਂ ਦੇ ਨਾਲ ਧੋਖਾ ਕਰਕੇ ਖਰੀਦੀ ਜਾਏਗੀ। ਹਾਂਜੀ, ਹਾਂਜੀ, ਪੈਸੇ ਫਿਰ ਸਾਨੂੰ ਜਿਹੜਾ ਨਾ ਉਹ ਆਪਣਾ ਕਿਰਦਾਰ ਉੱਚਾ ਕਰਨਾ ਪਏਗਾ। ਠੀਕ ਹੈ। ਕਿਰਦਾਰ ਅੱਛਾ ਹੋਣਾ ਚਾਹੀਦਾ। ਮੈਂ ਤਾਂ ਪਹਿਲਾਂ ਕਿਹਾ ਕਿ ਹੋਰ ਕੁਛ ਨਹੀਂ, ਸਤਿਗੁਰ ਕੀ ਬਾਣੀ ਸਤ ਸਰੂਪ ਹੈ, ਗੁਰਬਾਣੀ ਬਣੀ ਹੈ। ਠੀਕ ਹੈ। ਜੇ ਆਪਾਂ ਗੁਰਬਾਣੀ ਬਣਾਂਗੇ ਤੇ ਸਾਰੇ ਸਾਡੇ ਨਾਲ ਜੁੜਨਗੇ। ਇਹ ਜਿੰਨੇ ਸਾਰੇ ਲੋਕ ਨੇ, ਹਾਂਜੀ, ਆਪ ਵੀ ਹੈ, ਮੈਂ ਵੀ ਵਿੱਚ ਹੈ, ਹਾਂਜੀ, ਤੇ ਅਸੀਂ ਸਾਰੇ ਹੀ ਇਸ ਕਰਕੇ ਸਿੱਖ ਹਾਂ ਕਿ ਅਸੀਂ ਸਿੱਖੀ ਦੇ ਅਸੂਲਾਂ ਨਾਲ ਜੁੜੇ ਹੋਏ ਹਾਂ। ਸਾਨੂੰ ਸਿੱਖੀ ਦੇ ਧਰਮ ਦੇ ਗੁਣ ਅੱਛੇ ਲੱਗਦੇ ਆ। ਤੇ ਜੇ ਸਾਨੂੰ ਦੇਖ ਕੇ ਕੋਈ ਗੱਲ ਕਰੇਗਾ ਉਹ ਵੀ ਕਹੇਗਾ ਕਿ ਇਹ ਠੀਕ ਹੈ ਯਾਰ, ਸਿੱਖ ਅੱਛੇ ਹੁੰਦੇ ਆ। ਸਿੱਖਾਂ ਨੇ ਸਿਰਫ ਅੱਧਾ ਪੱਤਾ ਦਿਖਾਇਆ, ਠੀਕ ਹੈ। ਉਹ ਸੀ ਸੇਵਾ ਦਾ, ਤੇ ਸਾਰੀ ਦੁਨੀਆ ਸਤਿਕਾਰ ਕਰਦੀ ਆ। ਕਿਹਾ ਜਾਂਦਾ ਪੰਜਾਬ ਵਸਦਾ ਗੁਰਾਂ ਦੇ ਨਾਂ ਤੇ। ਤੁਸੀਂ ਵੀ ਕਿਹਾ ਗੁਰਬਾਣੀ ਜੁੜਨ ਦੀ ਗੱਲ ਕੀਤੀ। ਐਸਜੀਪੀਸੀ ਤੇ ਸਿੱਖ ਇੰਸਟੀਟਿਊਸ਼ਨ ਦੀ ਤੁਸੀਂ ਕਿਵੇਂ ਕਾਰਗੁਜ਼ਾਰੀ ਦੇਖਦੇ ਹੋ ਕਿ ਉਹ ਧਰਮ ਪ੍ਰਚਾਰ ਕਿੰਨਾ ਕੁ ਠੀਕ ਕਰ ਰਿਹਾ? ਕਿਸੇ ਤੇ ਵੱਖਰੀ ਗੱਲ ਕਰਾਂਗੇ। ਮੈਂ ਨਹੀਂ, ਉਹਨਾਂ ਦੇ ਪ੍ਰਚਾਰ ਪ੍ਰਸਾਰ ਦੇ ਲੈ ਕੇ। ਦੇਖੋ, ਮੈਂ ਤਾਂ ਚੀਫ ਖਾਲਸਾ ਦੀਵਾਨ ਦਾ ਮੈਂਬਰ ਹਾਂ। ਹਾਂਜੀ, ਐਗਜ਼ੈਕਟਿਵ ਦਾ ਮੈਂਬਰ ਹੈ। ਮੈਂ ਜਿੱਥੇ ਹੈ ਉੱਥੇ ਕਹਿ ਸਕਦਾ। ਹਾਂ, ਉਹਨਾਂ ਦੀ ਆਰ ਯੂ ਸੈਟੀਸਫਾਈ ਵਿਦ देयर ਪਰਫਾਰਮੈਂਸ? ਮੈਂ ਤਾਂ ਕਦੇ ਉਹਨਾਂ ਨੂੰ ਇਸ ਗੱਲ ਤੇ ਨਹੀਂ ਦੇਖਿਆ ਕਿ ਆਪਾਂ ਧਰਮ ਪ੍ਰਚਾਰ ਸਾਡੇ ਉਹਦੇ 'ਚ ਹੈਗਾ, ਏਜੰਡੇ 'ਚ, ਕਿ ਆਪਾਂ ਧਰਮ ਪ੍ਰਚਾਰ ਕਰਨਾ ਹੈ। ਅਸੀਂ ਕਦੇ ਬਹਿ ਕੇ ਡਿਸਕਸ਼ਨ ਨਹੀਂ ਕੀਤੀ ਕਿ IAS ਤੇ ਟ੍ਰੇਨਿੰਗ ਸੈਂਟਰ ਬਣਾਉਣ ਦੀ ਗੱਲ ਕਰਨੀ ਹੈ। ਮੈਂ ਬੜੀ ਵਾਰੀ ਕੀਤੀ, ਲੇਕਿਨ ਮੈਂ ਕਾਮਯਾਬ ਨਹੀਂ ਹੋਇਆ। ਜੇ ਤੁਹਾਡੇ ਰਾਹੀਂ ਹੋ ਸਕਦਾ ਤਾਂ ਮੈਂ ਵੱਖਰੀ ਗੱਲ ਹੈ। ਅਸੀਂ ਇਹ ਜ਼ਰੂਰ ਦੋਸ਼ ਆ ਜਾਂਦੇ, ਫਲਾਣਾ ਖਾ ਗਿਆ, ਫਲਾਣਾ ਖਾ ਗਿਆ, ਫਲਾਣੇ ਨੇ ਆਪਣਾ ਰਿਸ਼ਤੇਦਾਰ ਮੈਂਬਰ ਬਣਾ ਲਿਆ, ਉਹਨੇ ਬਣਾ ਲਿਆ। ਸੋ ਅਕਾਲ ਪੁਰਖ ਗੁਰੂ ਰੱਖ ਹੈ ਤੇ ਸਿੱਖ ਕੌਮ ਦਾ, ਤੇ ਉਹਦੀ ਇਹ ਕੌਮ ਹੈ। ਇਹ ਰਿਲੈਕਟੈਂਸ ਦੀ ਵਜ੍ਹਾ ਤੁਸੀਂ ਮੈਂਬਰ ਜੇ ਤੁਸੀਂ ਜੇ ਦੱਸ ਸਕੋ? ਅਸੀਂ ਤਾਂ ਕਹਿ ਹੀ ਸਕਦੇ ਹਾਂ ਜੀ। ਉੱਥੇ ਇਹ ਤਾਂ ਅੱਜ, ਪਹਿਲਾਂ ਤਾਂ ਸਾਰਿਆਂ ਨੂੰ ਮਿਲ ਕੇ ਫੈਸਲਾ ਹੁੰਦਾ ਸੀ। ਠੀਕ ਹੈ। ਹੁਣ ਫੈਸਲੇ ਕਰਦੇ ਆ ਕਿ 4 ਬੰਦੇ ਇਕੱਠੇ ਹੋ ਜਾਂਦੇ ਆ ਤੇ ਸ਼ਾਊਟਿੰਗ ਬ੍ਰਿਗੇਡ ਇਕੱਠੀ ਹੋ ਜਾਂਦੀ ਹੈ ਪੰਥ ਨੂੰ ਵੰਡਣ ਵਾਸਤੇ। ਆਪ ਜੀ ਨੇ ਵੀ ਹੁਣ ਨਾ ਕਈ ਲਏ ਆ। ਤੁਸੀਂ ਦੱਸੋ ਕਿਸੇ ਕੋਲ ਹੈ ਕੋਈ ਵੀ ਉਹਦਾ ਪੁੱਛਿਆ ਵੀ ਤੂੰ ਆਪਣਾ ਦਿਖਾ ਵੀ ਤੇਰਾ ਆਇਡੈਂਟੀ ਕਾਰਡ ਕਿੱਥੇ, RSS ਵਾਲਾ? ਹਾਂਜੀ, ਐਵੇਂ ਕਿਸੇ ਨੂੰ ਵੀ ਕਹਿ ਦੇਣਾ, ਉਹਦਾ ਕੀ ਮਕਸਦ ਹੋਇਆ? ਜਦੋਂ ਤੁਸੀਂ ਅੱਧੇ ਸਿੱਖਾਂ ਨੂੰ ਹੀ ਕਹੀ ਜਾਂਦੇ ਹੋ। ਨਹੀਂ, ਮੈਂ ਕਿਸੇ ਨੂੰ ਨਹੀਂ ਕਿਹਾ, ਮੈਂ ਤੇ ਉਹਨਾਂ ਨੂੰ ਕਰ ਰਿਹਾ ਕਿ ਦੇਖੋ ਇਸ ਤਰ੍ਹਾਂ ਨਹੀਂ ਹੈ। ਹਾਂਜੀ, ਹਰ ਇੱਕ ਨੂੰ ਧਰਮ ਮੰਨਣ ਦੀ ਆਗਿਆ। ਹਾਂਜੀ, ਸਮਾਜਿਕ ਸੰਸਥਾਵਾਂ ਦੇ ਨਾਲ ਅਸੀਂ ਸਾਰੇ ਕੋਐਗਜ਼ਿਸਟ ਕਰੀਏ। ਠੀਕ ਹੈ। ਗੱਲ ਸਾਨੂੰ ਜੇ ਕਿਸੇ ਨੂੰ ਸੁਣਨੀ ਚਾਹੀਦੀ ਹੈ ਤੇ ਮੋਹਨ ਭਾਗਵਤ ਜੀ ਦੀ ਸੁਣਨੀ ਚਾਹੀਦੀ ਹੈ। ਠੀਕ ਹੈ। ਉਹਨਾਂ ਦਾ ਕੋਈ ਬਿਆਨ ਹੋਵੇ, ਕਿਉਂਕਿ ਮੈਂ ਕਿਸੇ ਬੰਦੇ, ਕੱल परसों भी चर्चा हो रही थी कि हमने दोनों पक्ष कर दिए हैं। तो एक तो ये है कि हम सिख धर्म को अलग धर्म मानते हैं। ठीक है। गल खत्म हुई। जो मंनते ही अलग है तो असी मैनू तुसी एक बंदा लिया दिओ जिहड़ा करतार सिंह तो करतार चंद बनाया होवे RSS ने। नहीं, सिखा ਨੂੰ ऑब्जेक्शन ਹੁੰਦਾ ਜਦੋਂ ਕਿਹਾ ਜਾਂਦਾ ਕਿ ਸਿੱਖ ਹਿੰਦੂ ਧਰਮ ਦੀ ਸ਼ਾਖਾ ਹੈ, ਤਾਂ ਹੀ ਆਰਟੀਕਲ 25 ਦੀ ਅਮੈਂਡਮੈਂਟ ਦੀ ਡਿਮਾਂਡ ਰਹੀ ਹੈ ਸਿੱਖਾਂ ਦੀ 84 ਤੋਂ। ਓਹ ਹੱਥ ਜੋੜ ਕੇ ਬੇਨਤੀ ਕਰਦਾ। ਹਾਂਜੀ, ਇਹ 25 ਇਹ ਬਣਵਾਇਆ ਕਿਨੇ ਹੈ? 4/11/1955 ਨੂੰ ਨਹਿਰੂ ਨੂੰ ਸੱਦਿਆ ਤੁਸੀਂ ਅਕਾਲ ਤਖਤ ਸਾਹਿਬ ਦੇ ਉੱਤੇ। 2.5 ਲੱਖ ਸਿੱਖ ਇਕੱਠਾ ਹੋਇਆ, ਇੱਕੋ ਰੈਲੀ ਹੋਈ ਹੈ ਕਿਸੇ ਪੋਲੀਟੀਕਲ ਬੰਦੇ ਦੀ ਅਕਾਲ ਤਖਤ ਸਾਹਿਬ ਤੇ, ਨੌਨ ਸਿੱਖ ਤੇ ਮੰਗ ਕੀ ਰੱਖੀ ਕਿ ਸਾਨੂੰ ਜਾਤ ਪਾਤ ਦਿੱਤੀ ਜਾਵੇ, ਜਾਤ ਪਾਤ ਦੇ ਨਾਂ 'ਤੇ ਰਿਜ਼ਰਵੇਸ਼ਨ ਦਿੱਤੀ ਜਾਵੇ। ਅਸੀਂ ਤਾਂ ਏਕ ਪਿਤਾ ਇੱਕ ਸਕੇ ਹਮ ਬਾਰਿਕ ਦੇ ਲੋਕ ਹੈ। ਅਸੀਂ ਤਾਂ, ਸਾਡੇ ਤਾਂ ਬਾਪ ਦਾ ਨਾਂ ਕੇਵਲ ਇੱਕ ਹੈ, ਸ਼੍ਰੀ ਗੁਰੂ ਗੋਬਿੰਦ ਸਿੰਘ। ਮਾਤਾ ਦਾ ਨਾਂ ਹੈ ਸਾਹਿਬ ਕੌਰ। ਹਾਂਜੀ, ਤੇ ਰਹਿਣ ਵਾਲੇ ਅਸੀਂ ਅਨੰਦਪੁਰ ਸਾਹਿਬ ਦੇ ਹਾਂ। ਤੁਸੀਂ ਰਿਜ਼ਰਵੇਸ਼ਨ ਕਿਉਂ ਮੰਗੀ? ਤੁਸੀਂ ਰਿਜ਼ਰਵੇਸ਼ਨ ਕਿਉਂ ਲਈ? ਸੋ ਰਿਜ਼ਰਵੇਸ਼ਨ ਕਾਰਨ ਸਿੱਖ ਬ੍ਰਾਂਚ ਆਫ ਹਿੰਦੂਇਜ਼ਮ ਦੇ ਵਿੱਚ ਆਉਂਦੇ ਨੇ। ਮੈਂ ਨਹੀਂ ਕਹਿ ਰਿਹਾ, ਗੱਲ ਇਹ ਹੈ, ਮੈਂ ਤੁਹਾਨੂੰ ਦੇਖੋ ਤੁਸੀਂ ਉਹ ਸਵਾਲ ਨਾ ਮੇਰੇ ਮੂੰਹ 'ਚ ਪਾਓ ਜਿਹੜਾ
ਕੰਟਰੋਵਰਸੀ ਖੜੀ ਕਰੇ। ਮੈਂ ਸੱਚ ਰੱਖਣੀ ਚਾਹੁੰਦਾ। ਨਹੀਂ ਮੈਂ ਸਿੱਖਾਂ ਦੀ ਡਿਮਾਂਡ ਨਹੀਂ ਮੈਂ ਸਿੱਖਾਂ ਦੀ ਡਿਮਾਂਡ ਰਹੀ ਹੈ ਆਰਟੀਕਲ 25 20 ਦੀ ਅਮੈਂਡਮੈਂਟ। ਮੈਂ ਕਿਹਾ ਇਹਨਾਂ ਦੀ ਨਾਟ ਅ ਬ੍ਰਾਂਚ ਆਫ ਹਿੰਦੂਇਜ਼ਮ। ਮੈਂ ਕਿਹਾ ਜਦੋਂ ਹੈ ਹੀ ਨਹੀਂ ਉਹਦਾ ਫੈਸਲਾ ਤੁਸੀਂ ਕਰਨਾ ਕਿ ਮੈਂ ਕਰਨਾ? ਨਹੀਂ ਕਨਸਟੀਟਿਊਸ਼ਨ ਨਹੀਂ ਇਹਦਾ ਫੈਸਲਾ ਤਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਨੇ ਕੀਤਾ ਹੋਇਆ। ਬਿਲਕੁਲ ਤੁਸੀਂ ਅੰਗ 1136 ਤੇ ਜਾ ਕੇ ਬਾਣੀ ਪੜੋ, ਤੁਹਾਨੂੰ ਕਲੀਅਰ ਹੋ ਜਾਏਗਾ ਤੁਸੀਂ ਕਿਹੜੇ ਕੰਮ ਨੂੰ ਪਏ ਹੋਏ ਆ। ਤੇ ਫਿਰ ਫੈਸਲੇ ਅਸੀਂ ਕਰਨੇ ਆ। ਤੇ ਫਿਰ ਬੀਜੇਪੀ ਲੀਡਰ ਇਹ ਕਿਉਂ ਕਹਿੰਦੇ ਕਿ ਸਿੱਖ ਹਿੰਦੂ ਨੇ? ਕਹੋ ਕਿਹੜਾ ਕਹਿੰਦਾ, ਮੈਨੂੰ ਉਹਦਾ ਨਾਂ ਦਿਓ, ਉਹਦਾ ਬਿਆਨ ਦਿਓ। ਗੱਲ ਇਹ ਹੈ ਯੋਗੀ ਆਦਿੱਤਿਆਨਾਥ ਤਾਂ ਨਹੀਂ ਕਹਿੰਦੇ, ਕਈ ਵਾਰੀ ਉਹਨਾਂ ਨੇ ਭਾਈ ਗੱਲ ਇਹ ਹੈ ਜਿਹੜਾ ਫਿਰ ਸਿੱਖ ਪੈਦਾ ਕਿੱਥੋਂ ਹੋਏ ਮੈਨੂੰ ਇਹ ਵੀ ਦੱਸੋ। ਫਿਰ ਐਵੇਂ ਤਾਂ ਫਿਰ ਸਵਾਲ ਲੈਂਦਾ ਹਿੰਦੂ ਕਿੱਥੋਂ? ਗੱਲ ਇਹ ਹੈ ਹਿੰਦੂ ਵੀ ਜਿਹੜਾ ਹੈ ਨਾ, ਦੇਖੋ ਲੋਕ ਇਹਨਾਂ ਦਾ ਹੁਣ ਤੁਸੀਂ ਗੁਰਬਾਣੀ ਨੂੰ ਕਿਹਾ, ਗੁਰਬਾਣੀ ਕਹਿੰਦੀ ਨਾਮ ਹਿੰਦੂ ਨਾਮ ਮੁਸਲਮਾਨ ਅੱਲਾ ਰਾਮ ਕੇ ਪਿੰਡ ਪੁਰਾਣ। ਮੈਂ ਤਾਂ ਤੁਹਾਨੂੰ ਅੰਗ ਪੜਿਆ ਕੇ ਦੱਸਿਆ ਕਿ ਮੈਂ ਉਹਨੂੰ ਮੰਨਦਾ। ਹਾਂਜੀ ਅਸੀਂ ਕਿਹੜੇ ਨੇ ਤੁਹਾਨੂੰ ਕਹਿਤਾ ਤੁਸੀਂ ਹਿੰਦੂ ਹੋ? ਬੀਜੇਪੀ ਕਿਉਂ ਨਹੀਂ ਮੰਨਦੀ ਹੈ ਗੱਲ? ਕਿਹੜੀ ਬੀਜੇਪੀ ਨੇ ਮੰਨਦੀ? ਮੈਨੂੰ ਉਹਦਾ ਬਿਆਨ ਦੱਸੋ। ਮੈਂ ਯੋਗੀ ਆਦਿੱਤਿਆਨਾਥ ਲੀਡਰ ਦੇ ਭਰੇ ਪਏ ਨੇ। ਤੁਸੀਂ ਸਿੱਖਾਂ ਦਾ ਸਭ ਤੋਂ ਵੱਡਾ ਆਬਜੈਕਸ਼ਨ ਹੀ ਆਈ ਹੈ। ਉਹ ਯੋਗੀ ਆਦਿੱਤਿਆਨਾਥ ਨੂੰ ਪੁੱਛੋ ਨਾ ਤੁਸੀਂ ਕਦੋਂ ਕਹਿੰਦੇ ਹੋ। उन्होंने कही सिख हिंदू गुरु सिख हिंदू धर्म की रक्षा के लिए बने हैं। सिख हिंदू धर्म देखो बात सुनो। हाँ जी जब ये जनेऊ उतारे जा रहे थे पर सिख बॉडीगार्ड थोड़ी ना ने वो तो साडा ह्यूमन राइट्स ਨੂੰ ਉਟਾਇਆ। ਤੁਸੀਂ 500 ਸਾਲ पे ਤੁਸੀਂ ਕਰਨਲ ਸਟੈਨਬੈਕ ਦੀ ਕਿਤਾਬ ਪੜ੍ਹੀ ਹੈ? ਨਹੀਂ ਮੈਂ ਤਾਂ ਗੁਰਬਾਣੀ ਪੜ੍ਹਦਾ। ਨਹੀਂ ਜਿਹੜਾ 1845 ਚ ਉਹਨੇ ਲਿਖਿਆ ਕਿ ਮੁਸਲਮਾਨ ਤਾਂ ਮੰਨ ਗਿਆ ਸਿੱਖਾਂ ਨਾਲ ਲੜਨ ਨੂੰ ਤੇ ਹਿੰਦੂ ਨਹੀਂ ਮੰਨਦਾ। ਉਸ ਤੋਂ ਬਾਅਦ ਦੇਸ਼ ਦੇ ਵਿੱਚ ਕੀ ਹੋਇਆ, ਕਿਸ ਤਰ੍ਹਾਂ ਲੋਕ ਪੈਦਾ ਹੋਏ, ਕੌਣ ਲੋਕੀ ਮਾਹੌਲ ਖਰਾਬ ਕਰਨ ਵਾਲੇ ਹੋਏ। ਅਸੀਂ ਆਪਣੇ ਧਰਮ ਬਾਰੇ ਲੋਕਾਂ ਨੂੰ ਜਾਗਰਤ ਨਹੀਂ ਕਰ ਸਕੇ। ਉਸੇ ਯੂਪੀ ਦੇ ਵਿੱਚ 1935 ਦੇ ਵਿੱਚ ਸਿੱਖ ਜਾ ਕੇ ਰਾਮਲੀਲਾ ਕਰਾਉਂਦੇ ਆ। ਬਟ ਸ਼ੁੱਡ देयर ਬੀ ਅਮੈਂਡਮੈਂਟ ਇਨ ਦਾ ਆਰਟੀਕਲ 25 ਬੀ ਜਿਹੜੀ ਸਿੱਖਾਂ ਦੀ ਡਿਮਾਂਡ ਰਹੀ ਹੈ। ਦੇਖੋ ਮੇਰੀ ਗੱਲ ਸੁਣੋ, ਡਿਮਾਂਡ ਤਾਂ ਮੈਂ ਕਿਸੇ ਜਿਹੜੀ ਕੋਈ ਧਰਮ ਦੀ, ਮੈਂ ਇੱਕ ਸਿੱਖ ਆਪ ਹੈ। ਹਾਂਜੀ ਮੈਂ ਸਮਝਦਾ ਕਿ ਮੈਂ ਇੱਕ ਇੰਡੀਵਿਜੂਅਲ ਕੈਪੈਸਿਟੀ ਜੇ ਮੈਂ ਪੁੱਛਾਂ, ਮੈਂ ਤਾਂ ਤੁਹਾਨੂੰ ਦੇਖੋ ਤੁਸੀਂ ਮੈਂ ਕੋਈ ਵੀ ਕੰਮ ਇਸ ਵੇਲੇ ਜੋ ਬੋਲਾਂਗਾ ਇੰਡੀਵਿਜੂਅਲ ਕੈਪੈਸਿਟੀ ਮੇਰੀ ਕੁਛ ਨਹੀਂ। ਹਾਂਜੀ ਇਹ ਪੜਿਆ ਵੀ ਸੁਣਿਆ ਵੀ ਇਹੀ ਜਾਏਗਾ ਕਿ ਮਿਨੋਰਟੀ ਕਮਿਸ਼ਨ ਦੇ ਚੇਅਰਮੈਨ ਨੇ ਗੱਲ ਕੀਤੀ ਹੈ। ਹਾਂਜੀ ਤੇ ਗੱਲ ਵੀ ਉਹੀ ਹੋਏਗੀ। ਹਾਂਜੀ ਇਹਨੂੰ ਇਹਦੇ ਪਰਸਨਲ ਤਾਂ ਕੁਛ ਹੈ ਹੀ ਨਹੀਂ। ਘਰ ਆ ਕੇ ਤੁਸੀਂ ਬੈਠੋ ਗੱਪਸ਼ਪ ਮਾਰ ਲਾਂਗੇ, ਪਰ ਨਾਟ ਔਨ ਦਾ ਕੈਮਰਾ ਕਿ ਤੁਸੀਂ ਇਹ ਗੱਲਾਂ ਕਰੀਏ। ਗੱਲ ਇਹ ਹੈ ਕਿ ਅਸੀਂ ਸਾਰੇ ਹਿੰਦੁਸਤਾਨੀ ਹਾਂ, ਇਹ ਦੇਸ਼ ਸਾਡਾ ਹੈ, ਸਾਡੀ ਇਹਦੇ ਚ ਮਾਲਕੀ ਹੈ। ਜਿਹੜੇ ਸਵਾਲ ਤੁਹਾਨੂੰ ਮੈਂ ਛੱਡੇ ਆ ਕਿ ਤੁਸੀਂ ਕਿਉਂ ਜਾਤ ਪਾਤ ਮੰਨੀ, ਕਿਉਂ ਰਿਜ਼ਰਵੇਸ਼ਨ ਮੰਨੀ, ਕਿਉਂ ਗੁਰੂ ਗੋਬਿੰਦ ਸਿੰਘ ਦੇ ਪੁੱਤਰਾਂ ਦੀਆਂ 4 ਜਾਤਾਂ 5 ਜਾਤਾਂ 6 ਜਾਤਾਂ ਹੋ ਸਕਦੀਆਂ? ਤੁਸੀਂ ਆਪ ਹੀ ਸਵਾਲ ਕਰ ਰਹੇ ਸੀ ਕਿ ਦੇਖੋ ਜੀ ਗੁਰੂ ਸਾਹਿਬ ਜਿਹੜੇ ਆ ਇਹਨਾਂ ਨੇ ਉਹਨਾਂ ਨਾਲ ਵਿਤਕਰਾ ਹੋ ਰਿਹਾ, ਤੁਹਾਨੂੰ ਲੋਕ ਦੱਸ ਰਹੇ ਆ। ਕੀ ਤੁਸੀਂ ਮੈਂ ਆਪਣੇ ਪਿੰਡ 'ਚ ਜ਼ੋਰ ਲਾ ਲਿਆ ਕਿ ਤੁਸੀਂ ਯਾਰ ਇੱਕ ਗੁਰਦੁਆਰਾ ਬਣਾਓ? ਮੈਂ ਹਮੇਸ਼ਾ ਗੁਰੂ ਰਵਿਦਾਸ ਦੇ ਗੁਰਦੁਆਰੇ 'ਚ ਜਾਂਦਾ, ਗੁਰੂ ਰਵਿਦਾਸ ਦੇ ਗੁਰਦੁਆਰੇ। ਕਿਉਂ? ਮੈਂ ਇਹਨਾਂ ਦੇ ਅਗੇਂਸਟ ਜਾਂਦਾ, ਆਪਣੇ ਨਾਲ ਦੇ ਭਰਾਵਾਂ ਦੇ, ਉੱਥੇ ਵੀ ਜਾਂਦਾ ਮੱਥਾ ਟੇਕਣ। ਲੇਕਿਨ ਅਸੀਂ ਜਦੋਂ ਅਸੀਂ ਹੈ ਹੀ ਸਾਰੇ ਗੁਰੂ ਨੂੰ ਮੰਨਣ ਵਾਲੇ, ਤੇ ਫਿਰ 2 ਗੁਰਦੁਆਰੇ ਪਿੰਡ 'ਚ ਕਿਉਂ? ਕਬਰਿਸਤਾਨ ਪਿੰਡਾਂ 'ਚ ਕਿਉਂ ਅਲੱਗ-ਅਲੱਗ ਹੋ ਰਹੇ ਆ? ਇਹਦੀ ਵਜ੍ਹਾ ਕੀ ਹੈ? ਪ੍ਰਚਾਰ ਪ੍ਰਸਾਰ ਦੀ ਕਮੀ ਹੈ ਜਾਂ ਕੀ ਹੈ, ਜਾਂ ਪੋਲਿਟੀਕਲ ਹੈ ਰੀਜ਼ਨ? ਦੇਖੋ ਗੱਲ ਸਿੰਪਲ ਹੈ। ਹਾਂਜੀ ਮੈਂ ਉੱਥੇ ਹੀ ਆਉਣਾ ਮੁੜ ਕੇ, ਜਿਹੜਾ ਗੁਫਤਾਰ का गाजी बंद हो गया, किरदार का गाजी बन ना सका। इकबाल बड़ा उपदेशक है, मन बातों से मोह लेता है। ठीक है कि नहीं? किरदार ਉੱਚਾ ਕਰੋ, ਲੋਕ ਤੁਹਾਡੇ ਨਾਲ ਚੱਲ ਕੇ ਆਣਗੇ। ਠੀਕ ਹੈ। ਸਾਡੇ ਬਜ਼ੁਰਗ ਵੀ ਡਰੇ, ਸਾਡੇ ਬਜ਼ੁਰਗਾਂ ਨੇ ਵੀ ਆਪਣੀ ਜਾਨ ਦੀਆਂ ਕੁਰਬਾਨੀਆਂ ਦਿੱਤੀਆਂ ਕਿ ਅਸੀਂ ਗੁਰੂ ਦੇ ਮਤ ਨਾਲ ਸਹਿਮਤ ਹੈ, ਗੁਰੂ ਦੇ ਰਾਹ ਨਾਲ ਸਹਿਮਤ ਹੈ। ਗੁਰੂ ਦਾ ਰਾਹ ਉੱਤਮ ਰਾਹ ਹੈਗਾ। ਹਾਂਜੀ ਹਾਂਜੀ, ਨਾਨਕ ਸਤਿਗੁਰ ਭੇਟਿਆ ਪੂਰੀ ਹੋਵੇ ਜੁਗਤ, ਹਸੰਦਿਆਂ ਖਲੰਦਿਆਂ ਪਹਿਨੰਦਿਆਂ ਖਵੰਦਿਆਂ ਵਿੱਚੇ ਹੋਵੇ ਮੁਕਤ। ਤੇ ਅਸੀਂ ਮੌਜਾਂ ਕਰਨ ਵਾਲਾ ਧਰਮ ਹੈਗਾ। ਤੇ ਸਾਡੇ ਨਾਲ ਦੇ ਜੇ ਸਾਡੇ 'ਚ ਕਿਤੇ ਕਮੀ ਹੈ, ਅਸੀਂ ਸੁਨੇਹਾ ਨਹੀਂ ਦੇ ਸਕਦੇ ਆਪਣੇ ਬੱਚਿਆਂ ਨੂੰ। ਅਸੀਂ ਕਿਹੜੀਆਂ 22 ਮੰਜੀਆਂ ਤੇ ਸਾਡੀ 22 ਯੂਨੀਵਰਸਿਟੀਆਂ ਬਣ ਗਈਆਂ, ਇਹ ਲੈ ਕੇ ਕਿਹਨੇ ਜਾਣਾ ਸੀ? ਜਿੱਥੇ 5 ਜਿਹੜੇ 4 ਆਏ ਆ, ਜਿਹੜੇ ਪਹਿਲੇ ਆਏ ਨਹੀਂ, ਦੇ ਵਰ ਆਲਰੇਡੀ ਸਿੱਖ, ਜਿਨ੍ਹਾਂ ਨੇ ਮਰਨਾ ਕਬੂਲ ਕੀਤਾ, ਉਹਨਾਂ ਦੇ ਸ਼ਹਿਰਾਂ ਦੇ ਵਿੱਚ ਯੂਨੀਵਰਸਿਟੀ ਬਣ ਗਈਆਂ। ਬਾਲਾ ਸਾਹਿਬ ਹਸਪੀਟਲ ਸਿੱਖਾਂ ਦਾ ਉਵੇਂ ਦਾ ਬਣਿਆ ਪਿਆ, ਤੁਸੀਂ ਵੀ ਦੇਖਦੇ ਹੋਵੋਗੇ, ਜਾਣਦੇ ਹੋਵੋਗੇ ਕਿ ਨਹੀਂ ਬਣਿਆ। ਇਹਦੇ ਵਿੱਚ ਕੀ ਵਜ੍ਹਾ ਸਮਝਦੇ ਹੋ? ਦੇਖੋ ਜੇ ਤਾਂ ਤੁਸੀਂ ਧਰਮ ਦੇ ਨਾਂ ਤੇ ਰਾਜਨੀਤੀ ਕਰਨੀ ਹੈ, ਹਾਂਜੀ, ਫਿਰ ਧਰਮ ਦਾ ਨੁਕਸਾਨ ਹੋਏਗਾ। ਅੱਜ ਸਿੱਖਾਂ ਦਾ ਮੈਡੀਕਲ ਕਾਲਜ ਹੁੰਦਾ, ਵਧੀਆ ਹਸਪੀਟਲ ਹੁੰਦਾ। ਬਸ ਥੈਂਕ ਯੂ ਵੈਰੀ ਮਚ ਸਰ।
ਬਹੁਤ ਮਿਹਰਬਾਨੀ ਤੁਹਾਡੀ। ਫਿਰ ਕਿਸੇ ਵੇਲੇ ਚਰਚਾ ਕਰਾਂਗੇ। Thank you, sir. ਖਾਲਸਾ, Thank you. ਵਾਹਿਗੁਰੂ ਜੀ ਕੀ ਫਤਿਹ।